ਸਤਿ ਸ਼੍ਰੀ ਅਕਾਲ। ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਹੈਲਥ ਟਾਕ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਮੈਂ ਸ਼ੇਖਰ ਰਾਏ। ਸੋ ਇਹ ਉਹ ਪ੍ਰੋਗਰਾਮ ਹੈ ਜਿਹਦੇ ਵਿੱਚ ਤੁਹਾਡੀ ਸਿਹਤ ਨਾਲ ਸੰਬੰਧਿਤ ਗੱਲਬਾਤ ਹੁੰਦੀ ਹੈ। ਸੋ ਅੱਜ ਵੀ ਬੜੇ ਖਾਸ ਟੌਪਿਕ ਦੇ ਉੱਤੇ ਗੱਲ ਕਰਨ ਵਾਲੇ ਹਾਂ, ਜਿਹੜੀ ਕਿ ਖਾਸ ਟੌਪਿਕ ਤੋਂ ਵੱਧ ਕੇ ਲੋਕਾਂ ਦੇ ਲਈ ਬਹੁਤ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ ਤੇ ਉਹ ਹੈ ਫੈਟੀ ਲੀਵਰ। ਸੋ ਫੈਟੀ ਲੀਵਰ ਪਹਿਲਾਂ ਤਾਂ ਸ਼ਿਕਾਇਤ ਸਿਰਫ ਉਹਨਾਂ ਲੋਕਾਂ ਦੇ ਵਿੱਚ ਸੁਣਨ ਨੂੰ ਮਿਲਦੀ ਸੀ ਜਿਹੜੇ ਕਿ ਸ਼ਰਾਬ ਪੀਣ ਦੇ ਆਦੀ ਹੁੰਦੇ ਸੀਗੇ ਜਾਂ ਫਿਰ ਆਪਣੀ ਖਾਣ ਪੀਣ ਦਾ ਸਹੀ ਤਰੀਕੇ ਨਾਲ ਧਿਆਨ ਨਹੀਂ ਰੱਖਦੇ ਸੀ, ਯਾਨੀ ਕਿ ਮਰਦਾਂ ਦੇ ਵਿੱਚ ਪਹਿਲਾਂ ਇਹ ਜ਼ਿਆਦਾ ਪ੍ਰੋਬਲਮ ਦੇਖਣ ਨੂੰ ਮਿਲਦੀ ਸੀ। ਪਰ ਹੁਣ ਔਰਤਾਂ ਵੀ ਇਸ ਦਾ ਸ਼ਿਕਾਰ ਹੁੰਦੀਆਂ ਜਾ ਰਹੀਆਂ ਨੇ ਤੇ ਉਹ ਫੀਮੇਲਸ ਜਿਹੜੀਆਂ ਕਿ ਸ਼ਰਾਬ ਦਾ ਸੇਵਨ ਵੀ ਨਹੀਂ ਕਰਦੀਆਂ। ਸੋ ਕਿਤੇ ਨਾ ਕਿਤੇ ਹੁਣ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਸਿਰਫ ਸ਼ਰਾਬ ਦੀ ਵਜ੍ਹਾ ਕਰਕੇ ਹੀ ਨਹੀਂ, ਹੋਰ ਵੀ ਕਈ ਕਾਰਨ ਹੁੰਦੇ ਨੇ ਜਿਸ ਕਰਕੇ ਫੈਟੀ ਲੀਵਰ ਦੀ ਸਮੱਸਿਆ ਹੁੰਦੀ ਹੈ। ਸੋ ਇਸ ਦੇ ਬਾਰੇ ਅੱਜ ਗਹਿਰਾਈ ਦੇ ਨਾਲ ਤੁਹਾਨੂੰ ਜਾਣਕਾਰੀ ਵੀ ਦੇਵਾਂਗੇ। ਫੈਟੀ ਲੀਵਰ ਜਿਸ ਵੀ ਵਿਅਕਤੀ ਦਾ ਹੁੰਦਾ ਉਸ ਦੀ ਪਛਾਣ ਕਿਵੇਂ ਕੀਤੀ ਜਾ ਸਕਦੀ ਹੈ, ਯਾਨੀ ਕਿ ਡਾਇਗਨੋਜ਼ ਕਿਵੇਂ ਹੋ ਸਕਦਾ ਹੈ ਜਾਂ ਤੁਹਾਨੂੰ ਸ਼ੁਰੂ ਦੇ ਵਿੱਚ ਕਿਵੇਂ ਪਤਾ ਲੱਗ ਸਕਦਾ ਹੈ ਕਿ ਤੁਸੀਂ ਫੈਟੀ ਲੀਵਰ ਦਾ ਸ਼ਿਕਾਰ ਹੋ ਚੁੱਕੇ ਹੋ, ਇਸ ਦੇ ਬਾਰੇ ਵੀ ਜਾਣਕਾਰੀ ਦੇਵਾਂਗੇ। ਤੇ ਨਾਲ ਹੀ ਨਾਲ ਤੁਹਾਨੂੰ ਦੱਸਾਂਗੇ ਜਿਹੜੇ ਅੱਜ ਦੇ ਸਾਡੇ ਗੈਸਟ ਨੇ ਉਹ ਇਹ ਦਾਅਵਾ ਕਰਦੇ ਨੇ ਕਿ ਪਹਿਲੇ 3 ਤੋਂ 6 ਮਹੀਨਿਆਂ ਦੇ ਵਿੱਚ ਉਹ ਤੁਹਾਡੇ ਫੈਟੀ ਲੀਵਰ ਨੂੰ ਕੰਟਰੋਲ ਜਾਂ ਫਿਰ ਠੀਕ ਕਰ ਸਕਦੇ ਨੇ। ਇਹ ਦਾਅਵਾ ਕਿੰਨਾ ਕੁ ਸਹੀ ਹੈ ਇਸ ਦੇ ਬਾਰੇ ਅੱਗੇ ਚਰਚਾ ਹੋਏਗੀ। ਸੋ ਜਾਣਕਾਰੀ ਕਾਫੀ ਇੰਪੋਰਟੈਂਟ ਹੈ, ਧਿਆਨ ਨਾਲ ਸੁਣਨਾ। ਤੇ ਇਸ ਦੇ ਨਾਲ ਨਾਲ ਜੇ ਤੁਸੀਂ ਇਸ ਪ੍ਰੋਗਰਾਮ ਨੂੰ ਸਾਡੇ ਟੀਵੀ ਚੈਨਲ ਤੋਂ ਹਟ ਕੇ ਸਾਡੇ ਸੋਸ਼ਲ ਮੀਡੀਆ ਪੇਜ ਯਾਨੀ ਕਿ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਇਸ ਨੂੰ ਸ਼ੇਅਰ ਵੀ ਜ਼ਰੂਰ ਕਰ ਦੇਣਾ, ਕਿਉਂਕਿ ਇਹ ਜਾਣਕਾਰੀ ਕਈ ਲੋਕਾਂ ਦੇ ਕੰਮ ਆਉਣ ਵਾਲੀ ਹੈ। ਸੋ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਔਰ ਅੱਜ ਦੇ ਸਾਡੇ ਜਿਹੜੇ ਗੈਸਟ ਨੇ ਉਹਨਾਂ ਨੂੰ ਬੁਲਾਉਂਦੇ ਹਾਂ। ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦਾ ਕਿ ਵਰਮਾ ਦਵਾਖਾਨਾ ਜੋ ਕਿ ਫਗਵਾੜਾ ਦੇ ਵਿੱਚ ਹੈ, ਉੱਤੋਂ ਸਾਡੇ ਨਾਲ ਡਾਕਟਰ ਲਲਿਤ ਵਰਮਾ ਅੱਜ ਸਾਡੇ ਨਾਲ ਹੋਣਗੇ। ਇਹ ਦਵਾਖਾਨਾ, ਇਸ ਦੇ ਉੱਤੇ ਲੋਕਾਂ ਦਾ ਭਰੋਸਾ ਬੜੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ। 35 ਸਾਲ ਦਾ ਤਜਰਬਾ ਕਹਿ ਲਓ ਜਾਂ ਫਿਰ ਇਹ ਕਹਿ ਲਓ ਕਿ ਲੋਕਾਂ ਦੀ ਸੇਵਾ ਦੇ ਵਿੱਚ ਇਹ ਹਾਜ਼ਰ ਨੇ। ਸੋ ਅੱਜ ਸਾਡੇ ਨਾਲ ਸ਼ੋਅ ਦੇ ਵਿੱਚ ਮੌਜੂਦ ਨੇ, ਤੋਂ ਕਈ ਸਵਾਲ ਹੋਣਗੇ, ਅੱਜ ਪੁੱਛਦੇ ਹਾਂ। ਡਾਕਟਰ ਲਲਿਤ ਵਰਮਾ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਨਮਸਕਾਰ ਜੀ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ, ਤੁਸੀਂ ਸੁਣਾਓ? ਬਹੁਤ ਬੜੀਆ, ਤੁਸੀਂ ਸੁਣਾਓ ਜੀ? ਅੱਜ ਮੈਂ ਠੀਕ ਹੈ ਜੀ। ਅੱਜ ਅਸੀਂ ਦਰਸ਼ਕਾਂ ਦਾ ਵੀ ਹਾਲ ਠੀਕ ਕਰਨਾ ਹੈ। ਫੈਟੀ ਲੀਵਰ ਦੀ ਸਮੱਸਿਆ ਜਿਹੜੀ ਹੈ ਬਹੁਤ ਜ਼ਿਆਦਾ ਵੱਧ ਗਈ ਹੈ। ਪਹਿਲਾਂ ਹੁੰਦਾ ਸੀ ਇੱਕ ਸਰਟਨ ਏਜ ਤੋਂ ਬਾਅਦ ਹੁੰਦੀ ਸੀ ਜਾਂ ਸਿਰਫ ਅਸੀਂ ਮੇਲਸ ਦੇ ਵਿੱਚ ਦੇਖਦੇ ਸੀਗੇ, ਅੱਜ ਕੱਲ੍ਹ ਫੀਮੇਲਸ ਦੇ ਵਿੱਚ ਵੀ ਔਰ ਬਹੁਤ ਅਰਲੀ ਏਜ ਦੇ ਵਿੱਚ ਵੀ ਜਿਹੜੀ ਇਹ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ। ਸੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਇਹ ਜਾਣਨਾ ਚਾਹਾਂਗਾ ਫੈਟੀ ਲੀਵਰ ਹੋਣ ਦੇ ਕਾਰਨ ਮੁੱਖ ਕੀ ਹੁੰਦੇ ਨੇ ਔਰ ਫੀਮੇਲਸ ਦੇ ਵਿੱਚ ਇਹ ਕਿਵੇਂ ਹੋਣ ਲੱਗ ਗਿਆ? ਦੇਖੋ, ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਫੈਟੀ ਲੀਵਰ ਹੈਗਾ ਕੀ ਹੈ। ਫੈਟੀ ਲੀਵਰ ਦੇ ਵਿੱਚ ਕੀ ਹੁੰਦਾ ਕਿ ਤੁਹਾਡੇ ਲੀਵਰ ਦੇ ਵਿੱਚ ਆਰਗਨ, ਜਿਹੜਾ ਲੀਵਰ ਆਰਗਨ ਕੀ ਆ, ਉਹ ਇੱਕ ਬਾਈਲ ਜੂਸ ਸਿਕਰੀਟ ਕਰਦਾ ਆ, ਜਿਹੜਾ ਪੇਟ ਦੇ ਵਿੱਚ ਜਾ ਕੇ ਸਾਡੀ ਡਾਈਜੈਸ਼ਨ ਨੂੰ ਹੈਲਪਫੁਲ ਕਰਦਾ। ਡਾਈਜੈਸ਼ਨ ਲੀਵਰ ਜਿਹੜੇ ਬਾਈਲ ਜੂਸਿਸ ਆ ਉਹ ਬਾਈਲ ਡਕਟ ਨਾਲ ਸਟਮਕ ਦੇ ਵਿੱਚ ਇੱਕ ਓਪਨਿੰਗ ਖੁੱਲਦੀ ਆ, ਜਿਹੜੇ ਜੂਸਿਸ ਪੇਟ ਦੇ ਵਿੱਚ ਆ ਕੇ ਜੋ ਆਪਾਂ ਖਾਣੇ ਪੀਣੇ ਉਹਨੂੰ ਪਚਾਉਂਦੇ ਆ। ਹੌਲੀ ਹੌਲੀ ਕੀ ਹੋਏਗਾ, ਤੁਹਾਡੇ ਲੀਵਰ ਦੇ ਵਿੱਚ ਫੈਟ ਜਮਾ ਹੋਣ ਲੱਗ ਪਏਗੀ। ਜਿਹੜੀ ਲੀਵਰ ਦੇ ਵਿੱਚ ਫੈਟ ਜਮਾ ਹੋਏਗੀ ਉਸੇ ਫੈਟ ਕਰਕੇ ਫੈਟੀ ਲੀਵਰ ਹੋ ਜਾਏਗਾ। ਮਤਲਬ ਲੀਵਰ ਦਾ ਜਿੰਨਾ weight ਆ ਉਹ ਤੋਂ 5% ਜ਼ਿਆਦਾ weight ਜਾਂ ਫੈਟ ਲੀਵਰ ਦੇ ਵਿੱਚ ਡਿਪੋਜ਼ਿਟ ਹੋ ਜਾਏਗੀ, ਜਿਹਦੇ ਕਰਕੇ ਕਿ ਫੈਟੀ ਲੀਵਰ ਦੀ ਪ੍ਰੋਬਲਮ ਆਏਗੀ। ਹੋਰ ਹੌਲੀ ਹੌਲੀ ਇਹੀ ਜਿਹੜੀ ਪ੍ਰੋਬਲਮਸ ਆ ਅੱਗੇ ਜਾ ਕੇ ਜਿਹੜੇ ਲੀਵਰ ਦੇ ਸੈਲਸ ਆ ਉਹਨੂੰ ਪ੍ਰੋਪਰ ਵੇ ਨਾਲ ਕੰਮ ਨਹੀਂ ਕਰਨ ਦੇਗੀ ਤੇ ਹੌਲੀ ਹੌਲੀ ਲੀਵਰ ਖਰਾਬ ਹੋ ਜਾਏਗਾ। ਸੋ ਇਹ ਇੱਕ ਮਤਲਬ ਸਮਝਣ ਵਾਲੀ ਗੱਲ ਹੈ ਕਿ ਇਸ ਤਰੀਕੇ ਦੇ ਨਾਲ ਇਹ ਪ੍ਰੋਬਲਮ ਜਿਹੜੀ ਬਣਦੀ ਹੈ। ਬਿਲਕੁਲ ਬਿਲਕੁਲ। ਕੀ ਮੁੱਖ ਕਾਰਨ ਹੁੰਦੇ ਨੇ? ਜਿਵੇਂ ਹੁਣ ਤੁਸੀਂ ਦੱਸਿਆ ਕਿ ਥੋੜਾ ਟੈਕਨੀਕਲ ਹੈ ਜੋ ਗੱਲ ਤੁਸੀਂ ਦੱਸੀ ਹੈ। ਆਮ ਤੌਰ ਦੇ ਉੱਤੇ ਪਹਿਲਾਂ ਧਾਰਨਾ ਸੀਗੀ ਕਿ ਸ਼ਰਾਬ ਪੀਣ ਨਾਲ ਲੀਵਰ ਖਰਾਬ ਹੁੰਦਾ ਹੈ। ਬਹੁਤ ਫੇਮਸ ਮੂਵੀ ਜਿਹੜੀ ਹੈ ਉਸ ਦੇ ਵਿੱਚ ਡਾਇਲੋਗ ਵੀ ਸੀਗਾ ਕਿ ਸ਼ਰਾਬ ਪੀਣੇ ਸੇ ਲੀਵਰ ਖਰਾਬ ਹੋਤਾ ਹੈ। ਤਾਂ ਫਿਰ ਵੀ ਲੋਕੀ ਕਈ ਵਾਰੀ ਚਲੋ ਉਸ ਗੱਲ ਦਾ ਪਰਹੇਜ਼ ਨਹੀਂ ਕਰਦੇ ਤੇ ਉਸ ਦੇ ਨਾਲ ਤੇ ਜਦੋਂ ਅਸੀਂ ਫੀਮੇਲਸ ਦੇ ਵਿੱਚ ਦੇਖਦੇ ਹਾਂ ਜਿਹੜੀਆਂ ਕਿ ਐਲਕੋਹਲਿਕ ਵੀ ਨਹੀਂ ਹੁੰਦੀਆਂ, ਉਹਨਾਂ ਦਾ ਵੀ ਫੈਟੀ ਲੀਵਰ ਹੋ ਜਾਂਦਾ ਹੈ। ਤੇ ਕੀ ਵਜ੍ਹਾ ਹੁੰਦੀ ਹੈ ਇਸ ਦੀ? ਦੇਖੋ, ਜਿਹੜੇ ਲੀਵਰ ਦੀਆਂ ਦੋ ਪਾਰਟਸ ਦੇ ਵਿੱਚ ਦੇਖੀ ਜਾਂਦਾ ਕਿ ਲੀਵਰ ਜਿਹੜੀ ਫੈਟੀ ਲੀਵਰ ਦੀ ਦੋ ਪ੍ਰੋਬਲਮਸ ਕੀ ਹੋ ਗਈਆਂ ਕਿ ਇੱਕ ਐਲਕੋਹਲਿਕ ਲੀਵਰ ਹੋ ਗਿਆ, ਇੱਕ ਨੋਨ ਐਲਕੋਹਲਿਕ ਹੋ ਗਿਆ। ਪੇਸ਼ੈਂਟਸ ਆਉਂਦੇ ਸਾਡੇ ਕੋਲ 20 ਸਾਲ ਦੀ ਏਜ ਆ, 25 ਸਾਲ ਦੀ ਏਜ ਆ, 30 ਸਾਲ ਦੀ ਏਜ ਆ, 35 ਸਾਲ ਦੀ ਏਜ ਤੱਕ ਅਸੀਂ ਦੇਖੀਦਾ ਪੇਸ਼ੈਂਟ ਦੀ ਹਿਸਟਰੀ ਲਈ ਦੀ ਪ੍ਰੋਪਰ ਕਿ ਪੇਸ਼ੈਂਟ ਨੂੰ ਕੀ ਪ੍ਰੋਬਲਮ ਹੋਈ ਆ। ਜਦੋਂ ਪੇਸ਼ੈਂਟ ਦੀ ਹਿਸਟਰੀ ਲਈ ਦੀ ਉਹਦੇ ਚ ਇੱਕੇ ਗੱਲ ਦੇਖੀਦੀ ਆ ਕਿ ਪੇਸ਼ੈਂਟ ਕੋਈ ਡਰਿੰਕ ਨਹੀਂ ਕਰ ਰਿਹਾ, ਕੋਈ ਸਮੋਕਿੰਗ ਨਹੀਂ ਕਰ ਰਿਹਾ, ਬਟ ਫਿਰ ਵੀ ਜਦੋਂ ਆਪਾਂ ਇਹਦੀ ਸਕੈਨਿੰਗ ਲੈ ਕੇ ਆਂਦਾ ਆ ਉਹਨੂੰ ਕਿਸੇ ਨਾ ਕਿਸੇ ਤਰੀਕੇ ਕੋਈ ਪ੍ਰੋਬਲਮ ਪੇਟ 'ਚ ਦਰਦ ਹੁੰਦੀ ਆ, ਅਸੀਂ ਕਹਿੰਦੇ ਆ ਕਿ ਤੁਸੀਂ ਸਕੈਨਿੰਗ ਕਰਵਾਓ ਪੇਟ ਦੀ, ਆਪਾਂ ਦੇਖੀਏ ਕਿ ਕਾਰਨ ਕੀ ਆ, ਪੇਟ 'ਚ ਦਰਦ ਕਿਉਂ ਹੋਈ ਆ। ਜਦੋਂ ਦੇਖੀਦਾ ਕਿ ਉਹ ਚਾਹੁੰਦਾ ਕਿ ਗ੍ਰੇਡ 1 ਜਾਂ ਗ੍ਰੇਡ 2 ਜਾਂ ਗ੍ਰੇਡ 3 ਫੈਟੀ ਲੀਵਰ ਦੀ ਪ੍ਰੋਬਲਮ ਆ। ਫਿਰ ਅਸੀਂ ਜਦੋਂ ਪੇਸ਼ੈਂਟ ਦੀ ਹਿਸਟਰੀ ਲਈ ਦੀ ਉਹ 'ਚ ਦੇਖੀਦਾ ਕਿ ਪੇਸ਼ੈਂਟ ਕਿਸੇ ਤਰ੍ਹਾਂ ਦੀ ਕੋਈ ਡਰਿੰਕਿੰਗ ਨਹੀਂ ਕਰ ਰਿਹਾ, ਕੋਈ ਸਮੋਕਿੰਗ ਨਹੀਂ ਕਰ ਰਿਹਾ, ਫਿਰ ਅਸੀਂ ਉਹਦਾ ਡਾਇਗਨੋਸ ਬਣਾਈਦਾ। ਇਹ ਹੋ ਗਿਆ ਨੋਨ ਐਲਕੋਹਲਿਕ, ਮਤਲਬ ਆਪਾਂ ਗੱਲ ਕਰਾਂਗੇ ਨੋਨ ਐਲਕੋਹਲਿਕ ਫੈਟੀ ਲੀਵਰ ਡਿਜ਼ੀਜ਼ ਦੀ, ਜਿਹੜੀ ਕਿ ਤੁਸੀਂ ਕਿ ਆਪਾਂ ਮੇਨ ਮੁੱਦਾ ਹੀ ਰੱਖਿਆ ਕਿ ਸ਼ਰਾਬ ਤੋਂ ਬਿਨਾ ਕਿ ਜਿਹੜੀ ਫੈਟੀ ਲੀਵਰ ਦੀ ਪ੍ਰੋਬਲਮ ਹੁੰਦੀ ਆ। ਉਹਦੇ 'ਚ ਜਦੋਂ ਅਸੀਂ ਪੇਸ਼ੈਂਟ ਦੀ ਹਿਸਟਰੀ ਲਈ ਦੀ ਸਭ ਤੋਂ ਪਹਿਲਾਂ ਦੇਖੀਦਾ ਕਿ ਪੇਸ਼ੈਂਟ ਨੂੰ ਇਹ ਪ੍ਰੋਬਲਮ ਕਿਉਂ ਹੋਈ ਆ। ਉਹਦਾ ਸਭ ਤੋਂ ਵੱਡਾ ਮੇਨ ਕਾਰਨ ਹੁੰਦਾ ਓਬੈਸਿਟੀ, ਸੈਕਿੰਡ ਆ ਗਈ ਡਾਇਬਟੀਜ਼, ਥਰਡ ਆ ਗਏ ਉਹਦੇ ਕੋਲੇਸਟ੍ਰੋਲ ਦਾ ਲੈਵਲ, ਫੋਰਥ ਆ ਗਈ ਉਹਦੀ ਲਾਈਫ ਸਟਾਈਲ ਕਿੱਦਾਂ ਦੀ ਆ। ਮਤਲਬ ਕਿ
ਸਭ ਤੋਂ ਪਹਿਲਾ ਪੁਆਇੰਟ ਚੱਲੀਏ ਓਬੈਸਿਟੀ ਦਾ, ਉਹਦਾ ਜਿਹੜਾ ਓਵਰਵੇਟ ਹੋਏਗਾ ਪੇਸ਼ੈਂਟ, ਜਿਹੜਾ ਉਸ ਤੋਂ ਬਾਅਦ ਸੈਕੰਡ ਚੱਲੀਏ ਡਾਇਬਟੀਜ਼ ਦਾ, ਕਾਫੀ ਲੰਬੇ ਟਾਈਮ ਤੋਂ ਉਹਨੂੰ ਸ਼ੂਗਰ ਦੀ ਪ੍ਰੋਬਲਮ ਹੋਏਗੀ, ਬੀਪੀ ਦੀ ਪ੍ਰੋਬਲਮ ਹੋਏਗੀ। ਥਰਡ ਚੱਲਦੇ ਆਪਾਂ ਟ੍ਰਾਈਗਲਿਸਰਾਈਡ ਦੀ, ਉਹਦੇ ਟ੍ਰਾਈਗਲਿਸਰਾਈਡ ਵਧੇ ਹੋਊਗੇ, ਖੂਨ ਗਾੜਾ ਹੋਊਗਾ, ਜਿਹਦੇ ਕਰਕੇ ਉਹਨੂੰ ਪ੍ਰੋਬਲਮ ਆਉਂਦੀ ਪਈ ਆ। ਫੋਰਥ ਆਪਾਂ ਚੱਲਦੇ ਹਾਂ ਲਾਈਫ ਸਟਾਈਲ ਦੇ ਵਿੱਚ। ਲਾਈਫ ਸਟਾਈਲ ਦੇ ਮਤਲਬ ਕਿ ਬਹੁਤ ਜ਼ਿਆਦਾ ਸਿਟਿੰਗ ਪਾਰਟ ਆ, ਕਿ ਇਦਾਂ ਦੀ ਜੌਬਸ ਕਰਦੇ ਜਿੱਥੇ ਜ਼ਿਆਦਾਤਰ ਸਿਟਿੰਗ ਹੀ ਬੈਠੇ ਰਹਿਣਾ। ਅੱਛਾ, ਇਹ ਵੀ ਪ੍ਰਭਾਵ ਪਾਉਂਦੀ ਹੈ? ਬਿਲਕੁਲ ਰਹਿੰਦੀ ਹੈ, ਕਿਉਂਕਿ ਆਪਾਂ ਕਿਸੇ ਵੀ ਤਰ੍ਹਾਂ ਦੀ ਕੋਈ ਫਿਜ਼ੀਕਲੀ ਐਕਟੀਵਿਟੀ ਨਹੀਂ ਕਰ ਰਹੇ, ਜਿਹਦੇ ਕਰਕੇ ਇਹ ਪ੍ਰੋਬਲਮ, ਜਿਹਦੇ ਕਰਕੇ ਫੈਟ ਆਟੋਮੈਟਿਕਲੀ ਲੀਵਰ ਦੇ ਵਿੱਚ ਡਿਪੋਜ਼ਿਟ ਹੋਈ ਜਾ ਰਹੀ ਹੈ। ਰਾਈਟ। ਹੋਰ ਉੱਥੇ ਜਿੱਥੇ ਆਪਾਂ ਸਿਟਿੰਗ ਦੇ ਵਿੱਚ ਬੈਠੇ ਆ, ਉੱਥੇ ਆਪਾਂ ਖਾਣ ਪੀਣ ਵੀ ਆਪਣਾ ਠੀਕ ਨਹੀਂ ਹੈਗਾ। ਆਪਾਂ ਸਿਰਫ ਸਾਰਾ ਦਿਨ ਚਾय ਦਾ ਸੇਵਨ ਕਰ ਰਹੇ ਆ, ਉਹ ਤੋਂ ਬਾਅਦ ਕਾਫੀ ਪੀ ਰਹੇ ਆ, ਜਾਂ ਖਾਣਾ ਖਾਦਾ ਫਿਰ ਉਸੇ ਜਗ੍ਹਾ ਤੇ ਚੇਅਰ ਤੇ ਬਹਿ ਕੇ ਆਪਾਂ ਕੰਮ ਕਰ ਰਹੇ ਆ। ਇਹ ਸਾਰੀਆਂ ਜਿਹੜੀਆਂ ਪ੍ਰੋਬਲਮਸ ਆ ਨੋਨ ਐਲਕੋਹਲਿਕ ਫੈਟੀ ਲੀਵਰ ਹੀ ਉਹਦਾ ਕਾਰਨ ਬਣਦਾ ਪਿਆ। ਇਹੀ ਕਾਰਨਾਂ ਕਰਕੇ, ਇਹਨਾਂ ਕਾਰਨਾਂ ਕਰਕੇ ਫੈਟੀ ਲੀਵਰ, ਓਬੈਸਿਟੀ ਹੋ ਗਈ, ਡਾਇਬਟੀਜ਼ ਹੋ ਗਈ, ਕੋਲੇਸਟ੍ਰੋਲ ਹੋ ਗਏ, ਸਾਡਾ ਗਲਤ ਲਾਈਫ ਸਟਾਈਲ ਹੋ ਗਿਆ, ਇਹਨਾਂ ਕਾਰਨਾਂ ਕਰਕੇ ਹੀ ਸਾਨੂੰ ਅੱਜ ਕੱਲ ਜਿਹੜੀ ਲੇਡੀਜ਼ ਦੇ ਵਿੱਚ ਜਾਂ ਬੱਚਿਆਂ ਦੇ ਵਿੱਚ ਸਾਰਿਆਂ ਦੇ ਵਿੱਚ ਫੈਟੀ ਲੀਵਰ ਦੀ ਪ੍ਰੋਬਲਮ ਆ ਰਹੀ ਹੈ। ਡਾਕਟਰ ਸਾਹਿਬ, ਮੈਡੀਕੇਸ਼ਨਸ ਵੀ ਕੀ ਇਸ ਦੇ ਵਿੱਚ ਕੁਝ ਪਾਰਟ ਪਲੇ ਕਰਦੀਆਂ ਨੇ? ਜਿਵੇਂ ਕਿ ਅਸੀਂ ਫੀਮੇਲਸ ਦੀ ਗੱਲ ਕਰਦੇ ਹਾਂ, ਸਪੈਸ਼ਲੀ ਜਿਸ ਟਾਈਮ ਤੇ ਪ੍ਰੈਗਨੈਂਸੀ ਵਾਲਾ ਟਾਈਮ ਹੁੰਦਾ ਹੈ, ਕਈ ਤਰ੍ਹਾਂ ਦੀਆਂ ਮੈਡੀਸਿਨਸ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ, ਤੇ ਜਾਂ ਫਿਰ ਆਮ ਤੌਰ ਦੇ ਉੱਤੇ ਵੀ ਉਮਰ ਵਧਣ ਦੇ ਨਾਲ ਕਈ ਵਾਰ, ਜਿਵੇਂ ਤੁਸੀਂ ਡਾਇਬੀਟਿਕ ਦੀ ਗੱਲ ਕੀਤੀ ਹੈ, ਕੋਈ ਪਰਸਨ ਡਾਇਬੀਟਿਕ ਹੈ ਜਾਂ ਹੋਰ ਕੋਈ ਪ੍ਰੋਬਲਮ ਹੈ, ਤਾਂ ਕਈ ਵਾਰੀ ਹੈਵੀ ਡੋਜ਼ਸ ਜਾਂ ਹੈਵੀ ਮੈਡੀਸਿਨਸ ਜਿਹੜੀਆਂ ਇਨਟੇਕ ਕਰਦੇ ਨੇ, ਕੀ ਉਹਦੇ ਨਾਲ ਵੀ ਲੀਵਰ ਦੇ ਉੱਤੇ ਪ੍ਰਭਾਵ ਪੈਂਦਾ? ਜਦੋਂ ਸਾਡੇ ਕੋਲ ਪੇਸ਼ੈਂਟ ਆਂਦਾ, ਅਸੀਂ ਸਭ ਤੋਂ ਪਹਿਲਾਂ ਦੇਖੀਦਾ ਕਿ ਪੇਸ਼ੈਂਟ ਦਾ ਲਾਈਫ ਸਟਾਈਲ ਪਿਛਲੇ 5 ਤੋਂ 10 ਸਾਲ ਉਹਦੇ ਲਾਈਫ ਦੇ ਕਿੱਦਾਂ ਦੇ ਰਹੇ ਆ ਜੀ। ਕਿਉਂਕਿ ਫੈਟੀ ਲੀਵਰ ਇਦਾਂ ਦੀ ਚੀਜ਼ ਹੈ ਜੇ 1 ਸਾਲ 2 ਸਾਲ 3 ਸਾਲ ਚ ਨਹੀਂ ਹੋਇਆ ਹੁੰਦਾ, ਇਹ ਬਹੁਤ ਲੰਬੇ ਟਾਈਮ ਤੋਂ ਹੁੰਦਾ। ਕਿਉਂਕਿ ਇਹਦੀ ਜਿਹੜੀ ਪਹਿਲੀ ਸਟੇਜ ਆ ਗਈ ਗ੍ਰੇਡ 1 ਫੈਟੀ ਲੀਵਰ ਲੈ ਲਈ ਜਾਂ ਮਾਈਲਡ ਸਟੇਜ ਲੈ ਲਈ, ਉਹਦੇ ਚ ਕੀ ਪਤਾ ਨਹੀਂ ਲੱਗਦਾ ਪੇਸ਼ੈਂਟ ਨੂੰ, ਕਿਉਂਕਿ ਉਹ ਚ ਕੋਈ ਸਿੰਪਟਮਸ ਹੀ ਨਹੀਂ ਆਉਂਦਾ। ਅੱਛਾ, ਉਹਦੇ ਫੈਟੀ ਲੀਵਰ ਦੇ ਵਿੱਚ ਮਾਈਲਡ ਫੈਟੀ ਲੀਵਰ ਆ, ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ। ਆਪਾਂ 100 ਬੰਦਿਆਂ ਦੀ ਸਕੈਨਿੰਗ ਕਰਵਾਉਂਦੇ ਆ, 100 ਦੇ ਵਿੱਚੋਂ 25 ਬੰਦਿਆਂ ਨੂੰ ਫੈਟੀ ਲੀਵਰ ਦੀ ਪ੍ਰੋਬਲਮ ਆਏਗੀ, ਬਟ ਉਹਨਾਂ ਨੂੰ ਕੋਈ ਸਿੰਪਟਮ ਨਹੀਂ ਆਏਗਾ। ਸਿੰਪਟਮ ਉਦੋਂ ਆਏਗਾ ਜਦੋਂ ਇਹ ਪ੍ਰੋਬਲਮ ਵੱਧ ਜਾਏਗੀ, ਮਾਈਲਡ ਟੂ ਮੋਡਰੇਟ ਹੋ ਜਾਏਗੀ। ਅੱਛਾ, ਠੀਕ ਆ ਜੀ। ਹੁਣ ਦੂਸਰੀ ਗੱਲ ਕਰਦੇ ਆਪਾਂ ਕਹਿੰਦੇ ਕਿ ਮੈਡੀਟੇਸ਼ਨ, ਕਿ ਕੋਈ ਗਲਤ ਖਾਣ ਪੀਣ ਦੇ ਨਾਲ ਤਾਂ ਹੁੰਦਾ ਹੀ ਹੁੰਦਾ। ਹੁਣ ਮੈਡੀਟੇਸ਼ਨ ਕੀ ਆ, ਸਾਡੇ ਕੋਲ ਲੜਕੇ ਆਂਦੇ 23 ਸਾਲ ਦੀ ਉਮਰ ਦੇ, 24 ਸਾਲ ਦੀ ਉਮਰ ਦੇ, 30 ਸਾਲ ਦੀ ਉਮਰ ਦੇ, ਕਈ ਲੇਡੀਜ਼ ਵੀ ਆ ਰਹੀਆਂ ਇਦਾਂ ਦੀਆਂ ਜਿਹੜੀਆਂ ਕਿ ਅੱਜ ਕੱਲ ਜਿਮ ਦੇ ਵਿੱਚ ਜਾਂਦੀਆਂ, ਫਿਜ਼ੀਕਲ ਐਕਟੀਵਿਟੀ ਤਾਂ ਬਹੁਤ ਅੱਛਾ ਕਰਦੀਆਂ, ਆਪਣੀ ਬੋਡੀ ਦਾ weight ਮੇਨਟੇਨ ਰੱਖਦੀਆਂ ਆ, ਬੋਡੀ ਨੂੰ ਮੇਨਟੇਨ ਕਰਨ ਲਈ ਡੇਲੀ ਸਵੇਰੇ ਉੱਠ ਕੇ ਜਿਮ ਵੀ ਜਾਂਦੀਆਂ, ਬਟ ਉਹ ਜਿਮ ਦੇ ਵਿੱਚ ਜਾ ਕੇ ਸਟੀਰੋਇਡਸ ਲੈਣ ਲੱਗ ਪੈਂਦੇ ਆ। ਹਾਂ, ਜਿਹੜੇ ਜਿਮ ਦੇ ਵਿੱਚ ਬੱਚੇ ਜਾ ਕੇ ਸਟੀਰੋਇਡਸ ਲੈਂਦੇ ਆ, ਉਹ ਸਭ ਤੋਂ ਜ਼ਿਆਦਾ ਉਹਦਾ ਅਸਰ ਲੀਵਰ ਤੇ ਹੁੰਦਾ, ਕਿਉਂਕਿ ਉਹ ਲੀਵਰ ਉਹ ਸਟੀਰੋਇਡਸ ਨੂੰ ਪਚਾ ਨਹੀਂ ਪਾਉਂਦਾ। ਤੁਸੀਂ ਵੀ ਦੇਖਿਆ ਹੋਵੇਗਾ ਜਿਮ ਦੇ ਵਿੱਚ ਪੁਰਾਣੀਆਂ ਖੁਰਾਕਾਂ ਦੇਖੋ, ਅੱਜ ਤੋਂ 20 ਸਾਲ 30 ਸਾਲ ਪਿੱਛੇ ਚਲ ਜਾਓ, ਜਿਹੜੇ ਪਹਿਲਵਾਨ ਹੁੰਦੇ ਸੀ ਉਹ ਇੱਕ ਦੇਸੀ ਡਾਈਟ ਲੈਂਦੇ ਹੁੰਦੇ ਸੀ। ਬਿਲਕੁਲ, ਉਹ ਭੁੱਜੇ ਹੋਏ ਛੋਲੇ ਲੈਂਦੇ ਹੁੰਦੇ ਸੀ, ਬਦਾਮ ਲੈਂਦੇ ਹੁੰਦੇ ਸੀ, ਅਖਰੋਟ ਲੈਂਦੇ ਹੁੰਦੇ ਸੀ। ਉਹ ਸਾਰੀਆਂ ਚੀਜ਼ਾਂ ਹੁਣ ਨੇ ਕੀ ਕੀਤਾ, ਡੱਬਿਆਂ ਨੇ ਲੈ ਲਈ। ਪ੍ਰੋਟੀਨ ਡੱਬੇ ਆ ਗਏ, ਸਟੀਰੋਇਡਸ ਆ ਗਏ ਜਿਹੜੇ ਜਿਮ ਦੇ ਵਿੱਚ ਯੂਜ਼ ਕਰਦੇ ਪਏ ਆ। ਹੋਰ ਸਾਡੀ ਜਿਹੜੀ ਯੂਥ ਜਨਰੇਸ਼ਨ ਹੋ ਗਈ ਆ, 15 ਸਾਲ ਤੋਂ ਲੈ ਕੇ 25 ਸਾਲ ਤੱਕ, ਉਹਨਾਂ ਨੂੰ ਜਿਮ ਜਾਣ ਦਾ ਕਰੇਜ ਆ ਬਹੁਤ ਜ਼ਿਆਦਾ, ਬਟ ਉਹ ਜਿਮ ਜਾ ਕੇ ਉਹ ਇਹ ਦੇਖਦੇ ਕਿ ਸਾਡੀ ਬੋਡੀ ਜਲਦੀ ਮਸਲਸ ਐਕਟੀਵੇਟ ਬਣ ਜਾਣ। ਮਸਲਸ ਨੂੰ ਬਣਾਉਣ ਦੀ ਖਾਤਰ ਉਹ ਸਟੀਰੋਇਡਸ ਲੈਂਦੇ ਆ, ਜਿਹੜੇ ਕਿ ਉਹਨਾਂ ਨੂੰ ਸਾਈਡ ਇਫੈਕਟਸ ਦਿੰਦੇ ਆ। ਹੋਰ ਜਦੋਂ ਉਹਨਾਂ ਨੂੰ ਪ੍ਰੋਬਲਮਸ ਆਉਂਦੀ ਆ, ਫਿਰ ਉਹ ਦੇਖਦੇ ਕਿ ਇਹ ਹੋਈ ਕਿਉਂ, ਫਿਰ ਉਹਨਾਂ ਨੂੰ ਸਮਝਾਇਆ ਜਾਂਦਾ ਕਿ ਤੁਸੀਂ ਇਹ ਚੀਜ਼ਾਂ ਕੁਇਟ ਕਰੋ, ਤੁਸੀਂ ਜਿਹੜੇ ਸਟੀਰੋਇਡਸ ਲੈਂਦੇ ਹੋ, ਤੁਸੀਂ ਜਿਹੜੇ ਪ੍ਰੋਟੀਨਸ ਲੈਂਦੇ ਹੋ, ਕੁਇਟ ਕਰੋ। ਪ੍ਰੋਟੀਨਸ ਲੈਣੇ ਤੇ ਨੈਚੁਰਲ ਪ੍ਰੋਟੀਨਸ ਲਓ, ਵਾਈਟ ਪੋਰਸ਼ਨ ਐਗ ਦਾ ਲਓ, ਤੁਸੀਂ ਦਾਲਾਂ ਖਾਓ, ਤੁਸੀਂ ਚਨੇ ਖਾਓ, ਜਿੰਨੇ ਨੈਚੁਰਲ ਪ੍ਰੋਟੀਨਸ ਆ ਉਹ ਚੀਜ਼ਾਂ ਲਓ, ਨਾ ਕਿ ਤੁਸੀਂ ਕੋਈ ਵੀ ਇਦਾਂ ਦੀ ਮੈਡੀਸਨ ਲਓ ਜਿਹੜੀ ਕਿ ਤੁਹਾਡੀ ਲੀਵਰ ਨੂੰ ਪ੍ਰੋਬਲਮ ਕ੍ਰੀਏਟ ਕਰੇ। ਯਾਨੀ ਕਿ ਈਜ਼ੀ ਡਾਈਜੈਸਟੇਬਲਸ ਜਿਹੜੀਆਂ ਵੀ ਜਿੰਨੀਆਂ ਵੀ ਚੀਜ਼ਾਂ ਨੇ ਜਾਂ ਨੈਚੁਰਲ ਨੇ, ਉਹਨਾਂ ਦੇ ਨਾਲ ਲੀਵਰ ਨੂੰ ਕੋਈ ਦਿੱਕਤ ਨਹੀਂ ਆਉਂਦੀ, ਬਟ ਜਿੰਨੀਆਂ ਵੀ ਆਰਟੀਫੀਸ਼ੀਅਲ ਤੁਸੀਂ ਚਾਹੇ ਮੈਡੀਸਿਨਸ ਚਾਹੇ ਸਪਲੀਮੈਂਟਸ ਇਨਟੇਕ ਕਰੋਗੇ, ਉਹਦਾ ਪ੍ਰਭਾਵ ਜਿਹੜਾ ਲੀਵਰ ਦੇ ਉੱਤੇ ਡਾਇਰੈਕਟ ਪਏਗਾ। ਬਿਲਕੁਲ ਪਏਗਾ, 100% ਪਏਗਾ। ਹੋਰ ਉਹਦੇ ਚ ਕੀ ਆ, ਮੈਂ ਹੁਣ ਇੱਕ ਇਹਦੇ ਵਿੱਚ ਇੱਥੇ ਹੀ ਜੋੜ ਦਿੰਦਾ ਗੱਲ ਨੂੰ ਕਿ ਜਿੰਨੇ ਤੁਸੀਂ ਡੈਰੀ ਪ੍ਰੋਡਕਟਸ ਲੈ ਲਓ, ਡੈਰੀ ਪ੍ਰੋਡਕਟਸ ਕਿਹੜੇ ਨੇ, ਜਿਹੜੇ ਕਿ ਡੱਬਾ ਬੰਦ ਆਉਂਦੇ ਆ, ਡੱਬਾ ਬੰਦ ਜੂਸਿਸ ਲੈ ਲਓ ਚਾਹੇ, ਠੀਕ ਆ ਜੀ। ਉਸ ਤੋਂ ਬਾਅਦ ਤੁਸੀਂ ਪੇਸਟਰੀਜ਼ ਲੈ ਲਓ, ਜ਼ਿਆਦਾ ਮਿੱਠੇ ਵਾਲੀਆਂ ਚੀਜ਼ਾਂ ਲੈ ਲਓ, ਜ਼ਿਆਦਾ ਕੁਕੀਜ਼ ਲੈ ਲਓ, ਜਿਹੜੇ ਛੋਟੇ ਬੱਚੇ ਜਾਂਦੇ ਆ ਕੁਕੀਜ਼ ਲੈਣ ਜਾਂਦੇ ਆ, ਪੇਸਟਰੀਜ਼ ਲੈਣ ਜਾਂਦੇ ਆ, ਬੇਕਰੀ ਪ੍ਰੋਡਕਟਸ ਜਿੰਨੇ ਆ ਗਏ ਆਪਣੇ, ਅੱਛਾ, ਉਹ ਸਾਰੇ ਹੀ ਬਹੁਤ ਜ਼ਿਆਦਾ ਫੈਟੀ ਲੀਵਰ ਦੀ ਪ੍ਰੋਬਲਮ ਕ੍ਰੀਏਟ ਕਰਦੇ ਪਏ ਆ। ਜਿੰਨੇ ਇਸ ਤੋਂ ਇਲਾਵਾ ਮੈਂ ਪਹਿਲੀ ਗੱਲ ਕੀਤੀ ਸਟੀਰੋਇਡਸ ਥੈਰੇਪੀ ਹੋ ਗਈ, ਜਿਨ੍ਹਾਂ ਦੀ ਸ਼ੂਗਰ ਦੀ ਪ੍ਰੋਬਲਮ ਹੈਗੀ ਆ, ਜਾਂ ਜਿਹੜੇ ਕੋਈ ਇਦਾਂ ਦੀਆਂ ਮੈਡੀਸਿਨਸ ਲੈ ਰਹੇ ਆ ਜਿਹਦੇ ਚ ਪਹਿਲਾਂ ਤੋਂ ਸਟੀਰੋਇਡਸ ਹੈਗਾ। ਹੁਣ ਜੇ ਸਮਝੋ ਕੋਈ ਦਰਦਾਂ ਦੀ ਦਵਾਈ ਚੱਲਦੀ ਪਈ ਆ, ਦਰਦਾਂ ਦੇ ਪੇਸ਼ੈਂਟਸ ਨੂੰ ਕਦੀ ਸਟੀਰੋਇਡਸ ਲੈਣਾ ਪੈਂਦਾ ਆ। ਆਰਏ ਦੀ ਆ, ਗਠੀਏ ਦੀ ਪ੍ਰੋਬਲਮ ਆ, ਗਠੀਏ ਦੇ ਪੇਸ਼ੈਂਟ ਨੂੰ ਕਦੀ ਮਿਥੋਟ੍ਰਿਕਸੇਟ ਜਾਂ ਬਾਈਸਲੋਨ ਵਗੈਰਾ ਪੇਸ਼ੈਂਟ ਲੈਂਦਾ ਆ, ਉਹ ਲੰਬੇ ਟਾਈਮ ਤੋਂ ਲੈਂਦਾ ਤੇ ਆਟੋਮੈਟਿਕਲੀ ਉਹਨੂੰ ਫੈਟੀ ਲੀਵਰ ਦੀ ਪ੍ਰੋਬਲਮ ਆ ਜਾਂਦੀ ਆ।
ਉਹ ਕੁਇਟ ਕਰਨਾ ਪੈਂਦਾ ਆ। ਉਹਦੀ ਪ੍ਰੋਪਰ ਵੇ ਨਾ ਇੱਕ ਡਾਈਟ ਪਲਾਨ ਬਣੇਗਾ। ਡਾਈਟ ਪਲਾਨ ਦੇ ਵਿੱਚ ਉਹਨੂੰ ਦੱਸਿਆ ਜਾਏਗਾ ਕਿ ਤੁਸੀਂ ਕੀ ਚੀਜ਼ਾਂ ਖਾਣੀਆਂ, ਕੀ ਨਹੀਂ ਖਾਣੀਆਂ। ਜਦੋਂ ਇਹ ਚੀਜ਼ਾਂ ਅਸੀਂ ਬੰਦ ਕਰਾਂਗੇ ਉਹਦੇ ਆਟੋਮੈਟਿਕਲੀ ਰਿਵਰਸ ਹੋ ਜਾਏਗਾ। ਮਤਲਬ ਫੈਟੀ ਲੀਵਰ ਇੱਕ ਇਦਾਂ ਦਾ ਆਰਗਨ ਹੈ ਜਿਹੜਾ ਆਪਣੇ ਆਪ ਵੀ ਠੀਕ ਹੋ ਸਕਦਾ, ਬਟ ਤੁਹਾਨੂੰ ਆਪਣੇ ਲਈ ਉਹਦੇ ਲਈ ਐਕਸਰਸਾਈਜ਼ ਤੇ ਉਹਦੇ ਲਈ ਡਾਈਟ ਫੈਕਟਰ ਬਹੁਤ ਜ਼ਰੂਰੀ ਹੈ। ਖੈਰ ਇਹ ਤਾਂ ਸੀਗਾ ਜਦੋਂ ਸਟੇजेस ਜਿਹੜੀਆਂ ਨੇ ਨਾਰਮਲ ਹੁੰਦੀਆਂ ਨੇ, ਕਿਉਂਕਿ ਇਸ ਦੇ ਵਿੱਚ ਸਟੇਜ ਵੀ ਬੜੀ ਮੈਟਰ ਕਰਦੀ ਹੈ ਕਿ ਤੁਸੀਂ ਖੁਦ ਕਿਵੇਂ ਆਪਣੇ ਫੈਟੀ ਲੀਵਰ ਨੂੰ ਰਿਕਵਰ ਕਰ ਸਕਦੇ ਹੋ। ਹਾਲਾਂਕਿ ਨੇਚਰ ਹੈ, ਨੇਚਰ ਰਿਵਰਸ ਬੈਕ ਹੁੰਦੀ ਹੈ, ਬਟ ਸਟੇजेस ਇਦਾਂ ਦੀਆਂ ਵੀ ਆ ਜਾਂਦੀਆਂ ਨੇ ਡਾਕਟਰ ਸਾਹਿਬ ਕਿ ਜਿੱਥੇ ਤੁਹਾਨੂੰ ਟ੍ਰੀਟਮੈਂਟ ਲੈਣਾ ਪੈਂਦਾ। ਸੋ ਆਯੁਰਵੇਦ ਉਸ ਦੇ ਵਿੱਚ ਕੀ ਰੋਲ ਪਲੇ ਕਰਦਾ ਹੈ ਇਹਦੇ ਬਾਰੇ। ਤੇ ਪਹਿਲੀ ਗੱਲ, ਫੈਟੀ ਲੀਵਰ ਜਿਸ ਬੰਦੇ ਦਾ ਹੈ ਉਸਨੂੰ ਪਹਿਚਾਣ ਕਿਵੇਂ ਹੋਗੀ, ਕਿਉਂਕਿ ਤੁਸੀਂ ਦੱਸਿਆ ਕਿ ਫਰਸਟ ਸਟੇਜ ਦੇ ਉੱਤੇ ਤਾਂ ਪਤਾ ਵੀ ਨਹੀਂ ਚੱਲਦਾ। ਬਿਲਕੁਲ, ਦੇਖੋ ਫਰਸਟ ਸਟੇਜ ਹੋ ਗਈ ਮਾਈਲਡ ਸਟੇਜ, ਜਿਹਦੇ 'ਚ ਫੈਟੀ ਲੀਵਰ ਆ, ਗ੍ਰੇਡ 1 ਆ ਗਿਆ, ਇਹਦੇ 'ਚ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ। ਸੈਕਿੰਡ ਸਟੇਜ ਹੋ ਗਈ ਹੈਪੇਟਾਈਟਿਸ। ਅੱਛਾ, ਲੀਵਰ ਹੈਪੇਟਾਈਟਿਸ ਹੋ ਗਈ। ਇਹਦੇ 'ਚ ਕੀ ਹੋਏਗਾ, ਪੇਟ ਦੇ ਵਿੱਚ ਮਿੱਠਾ ਦਰਦ ਰਹੇਗਾ, ਤੁਹਾਡੇ ਲੀਵਰ ਵਾਲੀ ਸਾਈਡ ਤੇ ਸਟਿਫਨੈਸ ਰਹੇਗੀ। ਜਦੋਂ ਤੁਸੀਂ ਬੈਠੋਗੇ ਤਾਂ ਤੁਹਾਨੂੰ ਦਰਦ ਮਹਿਸੂਸ ਹੋਊਗੀ, ਜਦੋਂ ਤੁਸੀਂ ਲੇਟ ਜਾਓਗੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਰਦ ਨਹੀਂ ਮਹਿਸੂਸ ਹੋਏਗੀ। ਬੈਠਣ ਤੇ ਹੁੰਦੀ ਹੈ, ਬੈਠਣ ਤੇ ਹੋਏਗੀ। ਉਸ ਤੋਂ ਬਾਅਦ ਅਸੀਂ ਇਹਦੇ ਡਾਇਗਨੋਸ ਲਈ ਫਿਰ ਉਸ ਤੋਂ ਬਾਅਦ USG ਐਬਡੋਮਨ ਕਰਾਵਾਂਗੇ, ਜਿਹੜੀ ਕਿ ਨਾਰਮਲ ਸਕੈਨਿੰਗ ਆ, ਹਰ ਇੱਕ ਪਿੰਡ ਦੇ ਵਿੱਚ, ਹਰ ਇੱਕ ਸ਼ਹਿਰ ਦੇ ਵਿੱਚ ਹੋ ਜਾਂਦੀ ਆ। ਉੱਥੋਂ ਅਸੀਂ ਅੰਦਾਜ਼ਾ ਲਗਾ ਲੈਂਦੇ ਕਿ ਫੈਟੀ ਲੀਵਰ ਆ। ਹੁਣ ਉਸ ਤੋਂ ਬਾਅਦ ਅਸੀਂ ਇਹ ਦੇਖਣਾ ਹੈ ਕਿ ਪੇਸ਼ੈਂਟ ਦੀ ਫੈਟੀ ਲੀਵਰ ਦੇ ਵਿੱਚ ਕਿੰਨੇ % ਫੈਟ ਡਿਪੋਜ਼ਿਟ ਹੋ ਚੁੱਕੀ ਆ। ਉਹਦੇ ਲਈ ਇਹ ਤੋਂ ਅੱਗੇ ਫਾਈਬਰੋ ਸਕੈਨ ਆ ਗਈ, ਜਿਹੜੀ ਕਿ ਅਸੀਂ ਜਿਹੜੀ ਫਾਈਬਰੋ ਸਕੈਨ ਆ ਉਹ ਸਾਨੂੰ ਪ੍ਰੋਪਰ ਵੇ ਨਾਲ ਦੱਸ ਦਿੰਦੀ ਆ ਕਿ ਤੁਹਾਡੇ ਲੀਵਰ ਦੇ ਵਿੱਚ ਕਿੰਨੇ % ਫੈਟ ਆ ਤੇ ਕਿੰਨੀ % ਸਟਿਫਨੈਸ ਹੋ ਚੁੱਕੀ ਆ। ਉਸ ਤੋਂ ਬਾਅਦ ਅਸੀਂ ਪੇਸ਼ੈਂਟ ਦਾ ਟ੍ਰੀਟਮੈਂਟ ਸਟਾਰਟ ਕਰਦੇ ਹਾਂ ਜੀ। ਸੋ ਇਹ ਇਸ ਤਰੀਕੇ ਦੇ ਨਾਲ ਡਾਇਗਨੋਸ ਹੋ ਜਾਂਦਾ ਹੈ ਜਾਂ ਇਸ ਤਰੀਕੇ ਨਾਲ ਪਹਿਚਾਨ ਆ ਜਾਂਦੀ ਹੈ। ਇੱਕ ਆਮ ਨਜ਼ਰ ਜਿਹੜੀ ਹੈ ਉਹ ਕਿਵੇਂ ਕਿਸ ਤਰੀਕੇ ਨਾਲ, ਜਿਵੇਂ ਹੁਣ ਮੰਨ ਲਓ ਕਿ ਕੋਈ ਵੀ ਪਰਸਨ ਖੁਦ ਦੇ ਉੱਤੇ ਅਗਰ ਧਿਆਨ ਦੇਵੇ ਤਾਂ ਉਹਨੂੰ ਖੁਦ ਨੂੰ ਕਿਹੜੀਆਂ ਨਿਸ਼ਾਨੀਆਂ ਮਿਲਦੀਆਂ ਨੇ ਕਿ ਉਹਦਾ ਲੀਵਰ 'ਚ ਪ੍ਰੋਬਲਮ ਹੈਗੀ? ਪੇਟ ਦੇ ਵਿੱਚ ਬਹੁਤ ਜ਼ਿਆਦਾ ਭਾਰੀਪਨ ਰਹਿੰਦਾ ਆ ਜੀ, ਬਹੁਤ ਜ਼ਿਆਦਾ ਪੇਟ 'ਚ ਗੈਸ ਬਣਦੀ ਆ, ਬਹੁਤ ਜ਼ਿਆਦਾ ਤੇਜ਼ਾਬ ਬਣਦਾ ਆ, ਪੇਟ 'ਚ ਹਮੇਸ਼ਾ ਦਰਦ ਰਹੇਗੀ, ਖਾਣਾ ਪੀਣਾ ਪ੍ਰੋਪਰ ਹਜਮ ਨਹੀਂ ਹੋਏਗਾ। ਇਹ ਸਾਰੀਆਂ ਨਿਸ਼ਾਨੀਆਂ ਆ ਨਾਰਮਲ ਜਿਹੜੀਆਂ ਪੇਟ ਦੀ ਪ੍ਰੋਬਲਮਸ। ਪੇਟ ਦੇ ਵਿੱਚ ਹਮੇਸ਼ਾ ਇਦਾਂ ਲੱਗੇਗਾ ਕਿ ਕਦੀ ਮੈਨੂੰ ਮੋਸ਼ਨ ਆਂਦਾ, ਕਦੀ ਨਹੀਂ ਆਂਦਾ ਪਿਆ, ਠੀਕ ਆ। ਪੇਟ ਭਾਰਾਪਨ ਹਮੇਸ਼ਾ ਰਹੇਗਾ, ਕੁਝ ਵੀ ਖਾਓਗੇ ਪ੍ਰੋਪਰ ਵੇ ਨਾਲ ਡਾਈਜੈਸਟ ਨਹੀਂ ਹੋਏਗਾ, ਕਿਉਂਕਿ ਜਿਹੜਾ ਲੀਵਰ ਦੇ ਵਿੱਚ ਬਾਈਲ ਜੂਸ ਬਣਦਾ ਪਿਆ ਉਹ ਬਾਈਲ ਜੂਸ ਪ੍ਰੋਪਰ ਵੇ ਨਾਲ ਬਣੇਗਾ ਨਹੀਂ। ਜਦੋਂ ਬਾਈਲ ਜੂਸ ਨਹੀਂ ਬਣੇਗਾ ਤੇ ਹੌਲੀ ਲੀਵਰ ਖਰਾਬ ਹੋਣਾ ਸਟਾਰਟ ਹੋ ਜਾਏਗਾ। ਰਾਈਟ, ਲੀਵਰ ਦੀਆਂ ਜਿਹੜੀਆਂ ਸਟੇਜਿਸ ਆ, ਪਹਿਲਾ ਫੈਟੀ ਲੀਵਰ ਹੋ ਗਈ, ਫਿਰ ਹੈਪੇਟਾਈਟਿਸ ਹੋ ਗਿਆ, ਫਿਰ ਸਿਰੋਸਿਸ ਆਫ ਲੀਵਰ ਹੋ ਗਿਆ, ਐਂਡ 'ਚ ਲੀਵਰ ਕੈਂਸਰ ਕਰਕੇ ਤੁਹਾਨੂੰ ਪ੍ਰੋਬਲਮ ਆਏਗੀ, ਔਰ ਜਿਹਦਾ ਕਿ ਟ੍ਰੀਟਮੈਂਟ ਬਹੁਤ ਔਖਾ ਹੋ ਜਾਂਦਾ। ਜਿਹਦਾ ਟ੍ਰੀਟਮੈਂਟ ਇੰਨਾ ਜ਼ਿਆਦਾ ਟਫ ਹੋ ਜਾਂਦਾ ਹੈ ਕਿ ਕਈ ਵਾਰੀ ਇਨਸਾਨ ਦੀ ਜਾਨ ਚਲੀ ਜਾਂਦੀ ਹੈ। ਸੋ ਅਸੀਂ ਉੱਥੇ ਤੱਕ ਆਪਣੇ ਆਪ ਨੂੰ ਪਹੁੰਚਣ ਨਹੀਂ ਦੇਣਾ, ਉਸ ਤੋਂ ਪਹਿਲਾਂ ਹੀ ਆਪਣੇ ਆਪ ਨੂੰ ਜਿਹੜਾ ਰਿਕਵਰ ਕਰਨਾ। ਔਰ ਆਯੁਰਵੇਦ ਦੇ ਵਿੱਚ ਬਹੁਤ ਚੰਗੀ ਭੂਮਿਕਾ ਨਿਭਾਉਂਦਾ। ਉਹ ਡਾਕਟਰ ਸਾਹਿਬ ਹੁਣ ਸਾਨੂੰ ਦੱਸਣਗੇ ਕਿ ਕਿਸ ਤਰੀਕੇ ਦੇ ਨਾਲ ਆਯੁਰਵੇਦ ਦੇ ਜ਼ਰੀਏ ਤੁਸੀਂ ਆਪਣੇ ਫੈਟੀ ਲੀਵਰ ਦਾ ਇਲਾਜ ਕਰ ਸਕਦੇ ਹੋ। ਤੇ ਜੇਕਰ ਕੁਝ ਚੀਜ਼ਾਂ ਤੇ ਤੁਹਾਨੂੰ ਦੱਸੀਆਂ ਜਾਣਗੀਆਂ ਜੋ ਤੁਸੀਂ ਆਪਣੇ ਘਰਾਂ ਦੇ ਵਿੱਚ ਵੀ ਇਸਤੇਮਾਲ ਕਰ ਸਕਦੇ ਹੋ। ਬਾਕੀ ਵਰਮਾ ਆਯੁਰਵੇਦ ਹੈਗਾ ਸਾਡੇ ਕੋਲ ਤੇ ਉੱਥੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ। ਸੋ ਡਾਕਟਰ ਸਾਹਿਬ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਆਯੁਰਵੇਦ ਦੇ ਨਾਲ ਇਲਾਜ ਹੁੰਦਾ? ਸਭ ਤੋਂ ਪਹਿਲਾਂ ਅਸੀਂ ਜਦੋਂ ਸਾਡੇ ਕੋਲ ਪੇਸ਼ੈਂਟ ਆਯੁਰਵੇਦ ਦਾ ਟ੍ਰੀਟਮੈਂਟ ਲੈਣ ਆਉਂਦਾ ਆ, ਅਸੀਂ ਉਹਦਾ ਲਾਈਫ ਸਟਾਈਲ ਚੇਂਜ ਕਰੀਦਾ ਆ। ਲਾਈਫ ਸਟਾਈਲ ਦੇ ਵਿੱਚ ਉਹਨੂੰ ਅਸੀਂ ਕਹੀਦਾ ਕਿ ਤੁਸੀਂ ਡੇਲੀ ਸਿਰਫ 15 ਤੋਂ 20 ਮਿੰਟ ਆਪਣੀ ਬੋਡੀ ਨੂੰ ਦਿਓ, ਚਾਹੇ ਰਨਿੰਗ ਕਰੋ, ਚਾਹੇ ਸਾਈਕਲਿੰਗ ਕਰੋ, ਚਾਹੇ ਜੋਗਿੰਗ ਕਰੋ, ਜਿਹਦੇ ਨਾਲ ਕਿ ਤੁਹਾਡੀ ਬੋਡੀ ਦੀ ਜਿਹੜੀ ਆ ਫੈਟ ਆ ਡਿਪੋਜ਼ਿਟ ਸਹੀ ਹੋ ਜਾਏਗੀ, ਫੈਟ ਐਬਜ਼ੌਰਬ ਹੋਣੀ ਸ਼ੁਰੂ ਹੋ ਜਾਏਗੀ। ਉਸ ਤੋਂ ਬਾਅਦ ਬੋਡੀ ਦੇ ਡਿਟੌਕਸੀਫਿਕੇਸ਼ਨ ਵਾਟਰਸ ਵਗੈਰਾ ਆਉਂਦੇ ਆ ਕਿ ਆਪਾਂ ਡੇਲੀ ਸਵੇਰੇ ਉੱਠ ਕੇ ਡਿਟੌਕਸੀਫਿਕੇਸ਼ਨ ਵਾਟਰ ਪੀਏ ਜਿੰਨਾ ਕਿ ਫੈਟ ਸਹੀ ਹੋਵੇ, ਠੀਕ ਹੈ ਜੀ। ਥਰਡ ਪੁਆਇੰਟ ਆ ਜਾਂਦਾ ਹੈ ਕਿ ਅਸੀਂ ਮੈਡੀਸਨ ਸਟਾਰਟ ਕਰਦੇ ਹਾਂ ਪੇਸ਼ੈਂਟ ਦੀ। ਮੈਡੀਸਨ ਤੋਂ ਪਹਿਲਾਂ ਅਸੀਂ ਦੇਖੀਦਾ ਪੇਸ਼ੈਂਟ ਦਾ ਡਾਇਬਟੀਜ਼ ਲੈਵਲ ਕਿੰਨਾ ਆ, ਪੇਸ਼ੈਂਟ ਦੇ ਕੋਲੇਸਟ੍ਰੋਲ ਕੰਟਰੋਲ ਦੇ ਵਿੱਚ ਆ, ਪੇਸ਼ੈਂਟ ਦੀ ਜਿਹੜੀ BP ਦੀ ਪ੍ਰੋਬਲਮ ਠੀਕ ਆ ਬਿਲਕੁਲ, ਠੀਕ ਆ, ਪੇਸ਼ੈਂਟ ਦੀ ਓਬੈਸਿਟੀ, ਪੇਸ਼ੈਂਟ ਨੇ ਆਪਣੇ ਆਪ ਲਾਈਫ ਸਟਾਈਲ ਚੇਂਜਸ ਕਰਕੇ ਪੇਸ਼ੈਂਟ ਨੇ weight ਕਿੰਨਾ ਘਟਾਇਆ। ਇਹ 3-4 ਫੈਕਟਰਸ ਤੋਂ ਬਾਅਦ ਅਸੀਂ ਪੇਸ਼ੈਂਟ ਨੂੰ ਇੱਕ ਡਾਈਟ ਚਾਰਟ ਦੇਈਦਾ, ਕੀ ਖਾਣਾ ਕੀ ਨਹੀਂ ਖਾਣਾ, ਜਿਹਦੇ 'ਚ ਮੈਂ ਪਹਿਲਾਂ ਦੱਸਿਆ ਕਿ ਜਿੰਨੇ ਬੇਕਰੀ ਦੇ ਪ੍ਰੋਡਕਟਸ ਆ, ਜਿੰਨੀਆਂ ਮਿੱਠੇ ਵੱਧ ਚੀਜ਼ਾਂ ਆ, ਉਹ ਸਾਰਾ ਕੁਝ ਬੰਦ ਕਰ ਦਈਦਾ। ਉਸ ਤੋਂ ਬਾਅਦ ਅਸੀਂ ਮੈਡੀਸਨ ਤੌਰ ਤੇ ਆਈਦਾ। ਆਯੁਰਵੇਦ ਦੇ ਵਿੱਚ ਬਹੁਤ ਅੱਛੀਆਂ ਮੈਡੀਸਿਨਸ ਆ ਜਿਹਦਾ ਕਿ ਬਿਨਾਂ ਸਾਈਡ ਇਫੈਕਟ ਤੋਂ ਤੁਹਾਡੇ ਫੈਟੀ ਲੀਵਰ ਦੀ ਪ੍ਰੋਬਲਮ ਠੀਕ ਹੋ ਸਕਦੀ ਹੈ। ਅੱਛਾ, ਸਭ ਤੋਂ ਪਹਿਲਾਂ ਅਸੀਂ ਪੇਸ਼ੈਂਟ ਨੂੰ ਪੇਟ ਸਾਫ਼ ਕਰਨ ਦੀ ਮੈਡੀਸਨ ਦੇਈਦੀ ਆ, ਜਿੰਨਾ ਕਿ ਜਿਹਦੇ ਵਿੱਚ ਤ੍ਰਿਫਲਾ ਆ ਗਿਆ ਜਾਂ ਹੋਰ ਵੀ ਕਾਫੀ ਮੈਡੀਸਨਸ ਆ ਜਿਹੜੀਆਂ ਕਿ ਅਸੀਂ ਸਵੇਰੇ ਖਾਲੀ ਪੇਟ ਜਾਂ ਪੇਸ਼ੈਂਟ ਦੀ ਹਿਸਟਰੀ ਦੇ ਹਿਸਾਬ ਨਾਲ ਕਿ ਪੇਸ਼ੈਂਟ ਕਿਸ ਟਾਈਮ ਤੇ ਕੀ ਪ੍ਰੋਬਲਮਸ ਆ ਰਹੀ ਆ, ਉਸ ਟਾਈਮ ਤੇ ਅਸੀਂ ਪੇਸ਼ੈਂਟ ਨੂੰ ਮੈਡੀਸਨਸ ਦੇਈਦੀ। ਸੈਕਿੰਡ ਟਾਈਮ ਅਸੀਂ ਦੇਖੀਦਾ ਹੈ ਕਿ ਪੇਸ਼ੈਂਟ ਨੂੰ 3-4 ਇਦਾਂ ਦੀਆਂ ਜਨਰਲ ਮੈਡੀਸਨਸ ਆ ਜਿਹੜੀਆਂ ਕਿ ਪੇਸ਼ੈਂਟ ਰੈਗੂਲਰ ਘਰੇ ਵੀ ਲੈ ਸਕਦਾ। ਉਹਦੇ ਚ ਸਭ ਤੋਂ ਪਹਿਲਾਂ ਆ ਗਿਆ ਕੁਮਾਰੀ ਆਸਵ। ਓਕੇ, ਕੁਮਾਰੀ ਆਸਵ ਦੇ ਵਿੱਚ ਐਲੋਵੀਰਾ ਹੁੰਦੀ ਆ, ਆਂਵਲਾ ਹੁੰਦੀ ਆ, ਹਰੜਾ ਹੁੰਦੀਆਂ, ਜਿਹੜੀ ਕਿ ਪੇਸ਼ੈਂਟ ਰੈਗੂਲਰ 2-3 ਮਹੀਨੇ ਘਰੇ ਲਵੇ
ਉਸ ਦੇ ਨਾਲ ਹੀ ਉਹਦੇ ਕਈ ਸਿੰਪਟਮਸ ਆਪਣੇ ਆਪ ਸਹੀ ਹੋਣ ਲੱਗ ਪੂਗੇ। ਅੱਛਾ, ਉਸ ਤੋਂ ਬਾਅਦ ਇੱਕ ਬਹੁਤ ਅੱਛੀ ਮੈਡੀਸਨ ਆ ਆਯੁਰਵੇਦ ਦੇ ਵਿੱਚ ਜਿਹਨੂੰ ਕਿ ਆਰੋਗਿਆ ਵਰਧਨੀ ਕਿਹਾ ਜਾਂਦਾ, 1.5 ਮਹੀਨਾ ਪੇਸ਼ੈਂਟ ਉਹ ਲੈ ਸਕਦਾ ਹੈ। ਜੇ ਤਾਂ ਵੀ ਤੁਹਾਨੂੰ ਪੇਸ਼ੈਂਟ ਨੂੰ ਕੋਈ ਨਾ ਕੋਈ ਸਿੰਪਟਮਸ ਲੱਗ ਰਿਹਾ ਕਿ ਪੇਸ਼ੈਂਟ ਠੀਕ ਨਹੀਂ ਹੋ ਰਹੇ, ਇਹਦਾ ਮਤਲਬ ਕਿ ਉਹ ਮਾਈਲਡ ਤੋਂ ਮੋਡਰੇਟ ਚੱਲ ਗਈ ਆ, ਪੇਸ਼ੈਂਟ ਦੀ ਪ੍ਰੋਬਲਮ ਵੱਧ ਰਹੀ ਹੈ। ਠੀਕ ਹੈ, ਉਸ ਹਿਸਾਬ ਨਾਲ ਫਿਰ ਆਯੁਰਵੇਦ ਦਾ ਆਚਾਰਿਆ ਡਾਕਟਰ ਉਹ ਦੇਖੇਗਾ ਕਿ ਇਹਨੂੰ ਕਿੰਨੀ ਕੁ ਮੈਡੀਸਨ, ਕਿੰਨੀ ਕੁ ਡੋਜ਼ ਦੇਣੀ ਪਏਗੀ। ਉਹਦੇ ਲਈ ਪੇਸ਼ੈਂਟ ਨੂੰ ਡਾਕਟਰ ਕੋ ਆਣਾ ਪਏਗਾ, ਉਹ ਘਰ ਬੈਠੇ ਟ੍ਰੀਟਮੈਂਟ ਨਹੀਂ ਹੋਏਗਾ। ਜਦੋਂ ਆਏਗਾ ਪ੍ਰੋਪਰ ਵੇ ਨਾਲ ਉਹਦੇ ਜਿੰਨੀ ਮੈਂ ਪਹਿਲਾਂ ਦੱਸਿਆ ਕਿ ਡਾਇਗਨੋਸਟਿਕ ਟੂਲ ਦੇ ਨਾਲ ਜਿੰਨੇ ਉਹਦੇ ਟੈਸਟ ਹੋਊਗੇ ਉਹ ਕਰਵਾਏ ਜਾਊਗੇ। ਉਹਨੂੰ ਦੱਸਿਆ ਜਾਊਗਾ ਕਿ ਤੁਸੀਂ ਆਹ ਵਾਲੇ ਟੈਸਟ ਕਰਵਾਓ, ਆਹ ਵਾਲੇ ਟੈਸਟ ਕਰਵਾਉਣ ਤੋਂ ਬਾਅਦ ਅਸੀਂ ਉਹਦੀ ਮੈਡੀਸਨ ਪ੍ਰੋਪਰ ਸਹੀ ਕਰਾਂਗੇ। ਹੋਰ 3 ਤੋਂ 6 ਮਹੀਨੇ ਦੇ ਵਿੱਚ ਉਹਨੂੰ ਫੈਟੀ ਲੀਵਰ ਦੀ ਪ੍ਰੋਬਲਮ ਤੋਂ ਛੁਟਕਾਰਾ ਮਿਲ ਸਕਦਾ ਜੀ। ਸੋ 3 ਤੋਂ 6 ਮਹੀਨੇ ਦੇ ਵਿੱਚ ਫੁੱਲੀ ਰਿਕਵਰੀ ਹੋ ਜਾਂਦੀ ਹੈ ਜਾਂ ਫਿਰ ਇਟ ਡਿਪੈਂਡਸ ਪਰਸਨ ਟੂ ਪਰਸਨ ਕਿ ਉਹਨਾਂ ਦੀ ਕੀ ਸਟੇਜ ਹੈਗੀ ਹੈ ਜਾਂ ਕਿੰਨਾ ਖੁਦ ਉਹ ਪਰਹੇਜ਼ ਰੱਖ ਪਾ ਰਹੇ ਨੇ ਜਾਂ ਨਹੀਂ। ਕਿਉਂਕਿ ਇਦਾਂ ਹੁੰਦਾ ਕਿ ਕਈ ਵਾਰੀ ਖਾਣ ਪੀਣ ਦੇ ਸ਼ੌਕੀਨ ਹੁੰਦੇ ਨੇ ਪੰਜਾਬੀ, ਹੈ ਨਾ, ਤੇ ਕਈ ਵਾਰੀ ਅਸੀਂ ਦਵਾਈ ਵੀ ਲੈਂਦੇ ਰਹਿੰਦੇ ਤੇ ਨਾਲ ਹੁਣ ਸੋਚਦੇ ਵੀ ਦਵਾਈ ਤੇ ਹੈਗੀ ਹੋਈ ਹੈ ਚਲੋ ਤੇ ਅੱਜ ਥੋੜਾ ਜਿਹਾ ਚੀਟ ਕਰ ਲੈਂਦੇ ਆ। ਦੇਖੋ ਚੀਟ ਤਾਂ ਪੰਜਾਬੀ ਕਰਦੇ ਆ, ਉਹ ਸਿਰਫ 6 ਵਜੇ ਤੱਕ ਦਾ ਟਾਈਮ ਹੁੰਦਾ, 6 ਵਜੇ ਤੋਂ ਬਾਅਦ ਪੰਜਾਬੀ ਚੀਟ ਕਰਦੇ ਆ, ਚਾਹੇ ਜਿਹੜਾ ਮਰਜ਼ੀ ਘਰ ਹੋਵੇ। ਬਟ ਦਿੱਕਤ ਇਹ ਆ ਕਿ ਅਸੀਂ ਤਾਂ ਪੇਸ਼ੈਂਟ ਨੂੰ ਰਿਕਵਰੀ ਦੇ ਦੇਣੀ, ਅਸੀਂ ਤਾਂ 3 ਤੋਂ 6 ਮਹੀਨੇ ਦੇ ਵਿੱਚ ਪੇਸ਼ੈਂਟ ਨੂੰ ਮੈਡੀਸਨ ਦਾ ਰਿਕਵਰੀ ਦੇ ਦੇਣੀ। ਉਸ ਤੋਂ ਬਾਅਦ ਵੀ ਉਹਨੂੰ ਇਹ ਆ ਕਿ ਮੈਡੀਸਨ ਤੋਂ ਬਾਅਦ ਇਹ ਨਹੀਂ ਕਿ ਡਾਕਟਰ ਨੇ ਇੱਕ ਵਾਰੀ ਠੀਕ ਕਰ ਦਿੱਤਾ ਤੇ ਬਾਅਦ ਚੋਂ ਮੈਂ ਆਪਣਾ weight ਵਧਾ ਲਵਾਂ ਜੀ, ਬਾਅਦ ਚੋਂ ਕੱਲ ਮੇਰੀ ਡਾਇਬਟੀਜ਼ ਕੰਟਰੋਲ 'ਚ ਨਹੀਂ ਹੈਗੀ, ਮੈਂ ਬਿਨਾਂ ਦੱਸੇ ਮਿੱਠਾ ਵੀ ਖਾ ਰਿਹਾ ਆ, ਕੋਈ ਐਕਸਰਸਾਈਜ਼ ਵੀ ਨਹੀਂ ਕਰ ਰਿਹਾ, ਠੀਕ ਆ, ਹੋਰ ਮੈਂ ਚਾਹ ਤੇ ਕਾਫੀ ਵੀ ਜ਼ਿਆਦਾ ਲੈ ਰਿਹਾ ਜਿਹਦੇ ਕਰਕੇ ਪ੍ਰੋਬਲਮ ਆ ਰਹੀ ਹੈ। ਇਹ ਚੀਜ਼ਾਂ ਨੂੰ ਪੇਸ਼ੈਂਟ ਨੂੰ ਆਪ ਦੇਖਣਾ ਪਏਗਾ ਕਿ ਕਿੱਦਾਂ ਠੀਕ ਕਰਨਾ ਜੀ। ਅਸੀਂ ਮੈਡੀਸਨ ਦੇ ਦੇਣੀ ਆ, ਉਸ ਤੋਂ ਬਾਅਦ ਪੇਸ਼ੈਂਟ ਨੂੰ ਆਪਣਾ ਲਾਈਫ ਸਟਾਈਲ ਉਹ ਆਪਣੇ ਹਿਸਾਬ ਨਾਲ ਠੀਕ ਕਰਨਾ ਪਏਗਾ ਕਿ ਕਿੱਦਾਂ ਕਰਨਾ ਹੈ। ਉਹ ਜ਼ਰੂਰੀ ਹੈ ਕਿਉਂਕਿ ਜਦੋਂ ਤੱਕ ਤੁਸੀਂ ਉਹਦੇ ਵਿੱਚ ਬਦਲਾਵ ਨਹੀਂ ਲੈ ਕੇ ਆਓਗੇ ਆਪਣੇ ਲਾਈਫ ਸਟਾਈਲ 'ਚ ਜਾਂ ਆਪਣੀ ਈਟਿੰਗ ਹੈਬਿਟਸ ਦੇ ਵਿੱਚ, ਤਾਂ ਕਿਤੇ ਨਾ ਕਿਤੇ ਜਿਹੜੀ ਪ੍ਰੋਬਲਮ ਪਹਿਲਾਂ ਸੀਗੀ ਉਹ ਫੇਰ ਦੁਬਾਰਾ ਤੋਂ ਜਿਹੜੀ ਹੈ ਉੱਠ ਸਕਦੀ ਹੈ। ਸੋ ਵੈਦ ਸਾਹਿਬ ਤੁਹਾਡੇ ਨਾਲ ਸੰਪਰਕ ਕਰਨ ਅਗਰ, ਕਿਉਂਕਿ ਬਹੁਤ ਸਾਰੇ ਦਰਸ਼ਕ ਸਾਡੇ ਵਿਦੇਸ਼ਾਂ ਤੋਂ ਵੀ ਦੇਖਦੇ ਨੇ, ਉੱਥੇ ਵੀ ਦਿੱਕਤਾਂ ਇਹ ਆਉਂਦੀਆਂ ਨੇ, ਔਰ ਉਹ ਕਿਸ ਤਰੀਕੇ ਦੇ ਨਾਲ ਅਪਾਇੰਟਮੈਂਟ ਲੈ ਸਕਦੇ ਨੇ, ਕਿੱਦਾਂ ਕਿ ਮਿਲ ਸਕਦੇ ਆ ਤੁਹਾਡੇ ਕੋਲ? ਇਹਦੇ ਲਈ ਮੇਰਾ ਆਪਣਾ ਫਗਵਾੜੇ ਵੀ ਕਲੀਨਿਕ ਹੈਗਾ ਆ, ਲੁਧਿਆਣੇ ਵੀ ਕਲੀਨਿਕ ਹੈਗਾ ਆ। ਫਗਵਾੜੇ ਸਾਡਾ ਕਲੀਨਿਕ ਹੈਗਾ ਆ ਨਾਈਆਂ ਵਾਲਾ ਚੌਂਕ ਫਗਵਾੜਾ, ਜਿਹੜਾ ਕਿ ਮੈਂ ਡਿਸਪਲੇ ਨੰਬਰ ਹੈਗਾ ਮੇਰਾ ਡਿਸਪਲੇ ਤੇ ਚੱਲ ਰਿਹਾ, ਬਿਲਕੁਲ 98788 66471। ਹੋਰ ਫਗਵਾੜੇ ਲੁਧਿਆਣੇ ਮੇਰਾ ਕਲੀਨਿਕ ਹੈਗਾ ਆ ਬਸਤੀ ਚੌਂਕ ਰਾਹੋਂ ਰੋਡ ਯੂਕੋ ਬੈਂਕ ਦੇ ਨਾਲ। ਤੁਸੀਂ ਇਸ ਨੰਬਰ ਤੇ ਕਾਲ ਕਰਕੇ ਆਪਣੀ ਅਪਾਇੰਟਮੈਂਟ ਲੈ ਸਕਦੇ ਹੋ ਤੇ ਆ ਕੇ ਤੁਸੀਂ ਮੈਨੂੰ ਮਿਲ ਸਕਦੇ ਹੋ। ਉੱਥੇ ਪ੍ਰੋਪਰ ਵੇ ਨਾਲ ਜੇ ਤੁਹਾਡੇ ਕੋਲ ਕੋਈ ਟੈਸਟ ਹੈਗੇ ਆ, ਤੁਸੀਂ ਕੋਈ ਸਕੈਨਿੰਗ ਕਰਵਾਈ ਹੋਈ ਆ, ਕੋਈ ਫਾਈਬਰੋ ਸਕੈਨਿੰਗ ਕਰਵਾਈ ਹੋਈ ਆ, ਤੁਹਾਨੂੰ ਸ਼ੂਗਰ ਦੀ ਪ੍ਰੋਬਲਮ ਆ, ਕੋਲੇਸਟ੍ਰੋਲ ਦੀ ਪ੍ਰੋਬਲਮ ਆ, ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆ, ਤੁਹਾਡੇ ਕੋਲ ਰੀਸੈਂਟ ਕੋਈ ਟੈਸਟ ਹੈਗੇ ਆ, ਉਹ ਸਾਰੇ ਤੁਸੀਂ ਆਪਣੀ ਟੈਸਟ ਰਿਪੋਰਟਸ ਲੈ ਕੇ, ਸਕੈਨਿੰਗ ਲੈ ਕੇ ਮੈਨੂੰ ਆ ਕੇ ਮਿਲੋ, ਫਿਰ ਹੀ ਆਪਾਂ ਟ੍ਰੀਟਮੈਂਟ ਸਟਾਰਟ ਕਰਾਂਗੇ। ਅਸੀਂ ਵਿਦਆਊਟ ਟੂਲਸ, ਡਾਇਗਨੋਸਟਿਕ ਟੂਲਸ, ਮਤਲਬ ਟੈਸਟ ਤੋਂ ਬਿਨਾ ਕੋਈ ਮੈਡੀਸਨ ਨਹੀਂ ਦਵਾਂਗੇ, ਬਿਲਕੁਲ ਪ੍ਰੋਪਰ ਵੇ ਨਾਲ ਜੇ ਤੁਸੀਂ ਸਾਡਾ ਕਹਿਣਾ ਮੰਨੋਗੇ ਫਿਰ ਅਸੀਂ ਤੁਹਾਨੂੰ ਮੈਡੀਸਨ ਸਟਾਰਟ ਕਰਾਂਗੇ। ਪੇਸ਼ੈਂਟ ਦੀ ਲਾਈਫ ਸਟਾਈਲ ਬਹੁਤ ਜ਼ਰੂਰੀ ਆ, ਬਹੁਤ ਜ਼ਰੂਰੀ। ਫੋਰਨ ਦੇ ਵਿੱਚ ਦੇਖੋ ਬਹੁਤ ਪੇਸ਼ੈਂਟ ਫੋਰਨ ਤੋਂ ਆਉਂਦੇ, ਉਹ ਕਹਿੰਦੇ ਮੈਨੂੰ ਫੈਟੀ ਲੀਵਰ ਆ ਬਟ ਮੈਨੂੰ ਡਾਕਟਰ ਨੇ ਕੋਈ ਮੈਡੀਸਨ ਨਹੀਂ ਦਿੱਤੀ। ਉਹ ਕਿਉਂ ਨਹੀਂ ਦਿੱਤੀ? ਕਿਉਂਕਿ ਮਾਈਲਡ ਸਟੇਜ ਆ। ਮਾਈਲਡ ਸਟੇਜ ਦੇ ਵਿੱਚ ਤੁਸੀਂ ਸੈਲਡ ਲਓ, ਤੁਸੀਂ ਗ੍ਰੀਨ ਵੈਜੀਟੇਬਲਸ ਖਾਓ, ਠੀਕ ਆ, ਤੁਸੀਂ ਬਰਾਊਨ ਰਾਈਸ ਖਾਓ, ਤੁਸੀਂ ਓਟਸ ਖਾਓ, ਤੁਸੀਂ ਆਪਣਾ weight ਘੱਟ ਕਰੋ, ਜਿਹਦੇ ਨਾਲ ਤੁਸੀਂ ਆਟੋਮੈਟਿਕਲੀ ਠੀਕ ਹੋ ਜਾਓਗੇ। ਹੋਰ ਜੇਕਰ ਤੁਸੀਂ ਡਰਿੰਕ ਕਰਦੇ ਹੋ, ਮਤਲਬ ਐਲਕੋਹਲਿਕ ਲੀਵਰ ਡਿਜ਼ੀਜ਼ ਆ, ALD ਜਿਹਨੂੰ ਆਪਾਂ ਕਹਿ ਦਿੰਦੇ ਆ, ਜੇ ਤੁਸੀਂ ਡਰਿੰਕ ਕਰਦੇ ਹੋ ਤਾਂ ਤੁਸੀਂ ਡਰਿੰਕ ਕੁਇਟ ਕਰੋ। ਡਰਿੰਕ ਤੁਸੀਂ 3-4 ਮਹੀਨੇ ਕੁਇਟ ਕਰੋਗੇ, ਲੀਵਰ ਇੱਕ ਇਦਾਂ ਦਾ ਆਰਗਨ ਆ ਜਿਹੜਾ ਆਪਣੇ ਆਪ ਠੀਕ ਹੋਏਗਾ। ਜਿੱਦਾਂ ਮਧੂਮੱਖੀ ਦਾ ਛੱਤਾ ਹੁੰਦਾ ਆ, ਇਹ ਸੁੰਗੜ ਕੇ ਠੀਕ ਹੋ ਜਾਂਦਾ ਆ, ਉਹਦੀ ਸਾਡਾ ਲੀਵਰ ਆ ਜੀ। ਲੀਵਰ ਦੇ ਵਿੱਚ ਜੇਕਰ ਫੈਟ ਡਿਪੋਜ਼ਿਟ ਹੋ ਜਾਏਗੀ ਤੇ ਬਾਈਲ ਚੂਸ ਬਣੂਗਾ ਨਹੀਂ, ਹੌਲੀ ਹੌਲੀ ਲੀਵਰ ਕੈਂਸਰ ਤੱਕ ਪ੍ਰੋਬਲਮ ਚੱਲ ਜਾਂਦੀ। ਇਹਨੂੰ ਆਪਾਂ ਲੀਵਰ ਕੈਂਸਰ ਨੂੰ ਪਹਿਲਾਂ ਹੀ ਰੋਕ ਲਈਏ, ਉਹਦੇ ਲਈ ਕੀ ਇਹ ਕਰਨਾ ਪਏਗਾ? ਸਿਰਫ ਆਪਾਂ ਨੂੰ ਖਾਣ ਪੀਣ ਦਾ ਪਰਹੇਜ਼ ਰੱਖਣਾ ਪਏਗਾ, ਇਹੀ ਕਰਕੇ ਆਪਾਂ ਠੀਕ ਹੋ ਸਕਦੇ ਹਾਂ। ਸੋ ਇਹ ਤਾਂ ਬਹੁਤ ਜ਼ਰੂਰੀ ਹੈ ਕਿ ਜਿਹੜਾ ਪਰਹੇਜ਼ ਆ ਉਹ ਤੇ ਰੱਖਣਾ ਜ਼ਰੂਰੀ ਹੈ। ਅੱਛਾ, ਪੋਸੀਬਿਲਿਟੀਜ਼ ਦੀ ਅਗਰ ਮੈਂ ਗੱਲ ਕਰਾਂ, ਜਿਵੇਂ ਤੁਸੀਂ ਕਿਹਾ ਕਿ 3 ਤੋਂ 6 ਮਹੀਨੇ ਦੇ ਵਿੱਚ ਜਿਹੜਾ ਟ੍ਰੀਟਮੈਂਟ ਤੁਸੀਂ ਦਿੰਦੇ ਹੋ, ਔਰ ਸਟੇਜ ਦੇ ਉੱਤੇ ਵੀ ਡਿਪੈਂਡ ਕਰਦਾ ਹੈ, ਕਿਹੜੀ ਐਸੀ ਵਰਸਟ ਸਿਚੁਏਸ਼ਨ ਆ ਜਾਂਦੀ ਹੈ ਜਿੱਥੇ ਇਲਾਜ ਜਿਹੜਾ ਪੋਸੀਬਲ ਨਹੀਂ ਹੁੰਦਾ, ਜਾਂ ਫਿਰ ਕਹਿ ਲਓ ਕਿ ਹਰ ਇੱਕ ਸਟੇਜ ਦੇ ਉੱਤੇ ਇਲਾਜ ਪੋਸੀਬਲ ਹੈ? ਕੀ ਹੈ ਇਹਦੇ ਵਿੱਚ? ਨਹੀਂ, ਜਦੋਂ ਲੀਵਰ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਜਾਂਦੀ ਆ, ਲੀਵਰ ਕੈਂਸਰ ਤੱਕ ਦੀ ਪ੍ਰੋਬਲਮ ਆ ਜਾਂਦੀ ਆ, ਸਿਰੋਸਿਸ ਆਫ ਲੀਵਰ ਆ ਜਾਂਦਾ, ਉੱਥੇ ਲੀਵਰ ਟ੍ਰਾਂਸਪਲਾਂਟ ਹੀ ਕਰਵਾਉਣਾ ਪੈਂਦਾ। ਅੱਛਾ, ਪੇਸ਼ੈਂਟ ਨੂੰ ਪਹਿਲਾਂ ਸਮਝਾਇਆ ਜਾਂਦਾ ਆ ਕਿ ਪ੍ਰੋਪਰ ਵੇ ਨਾਲ ਕਿਸ ਸਟੇਜ ਤੱਕ ਟ੍ਰੀਟਮੈਂਟ ਹੋ ਸਕਦਾ। ਪੇਸ਼ੈਂਟ ਨੂੰ ਕਦੀ ਵੀ ਗੁੰਮਰਾਹ ਨਹੀਂ ਕਰਨਾ ਚਾਹੀਦਾ, ਉਹਨੂੰ ਪ੍ਰੋਪਰ ਵੇ ਨਾਲ ਦੱਸਣਾ ਚਾਹੀਦਾ, ਤਾਂ ਕਿ ਕਿਉਂਕਿ ਇੱਕ ਰਿਸ਼ਤਾ ਆ, ਸਮਝੋ ਕਿਸੇ ਪੇਸ਼ੈਂਟ ਨੂੰ ਫੈਟੀ ਲੀਵਰ ਹੋ ਗਿਆ ਜਾਂ ਕਿਸੇ ਪੇਸ਼ੈਂਟ ਨੂੰ ਲੀਵਰ ਟ੍ਰਾਂਸਪਲਾਂਟ ਦੀ ਲੋੜ ਪੈ ਗਈ, ਉਹਦੇ ਨਾਲ ਕਈ ਰਿਸ਼ਤੇ ਜੁੜੇ ਹੁੰਦੇ ਆ। ਜਿਹੜੇ ਉਹਦੇ ਨਾਲ ਰਿਸ਼ਤੇ ਜੁੜੇ ਹੁੰਦੇ, ਉਹ ਰਿਸ਼ਤਿਆਂ ਨੂੰ ਵੀ ਦੇਖੋ, ਉਹਨੂੰ ਗੁੰਮਰਾਹ ਨਾ ਕਰੋ ਕਿ ਕੱਲੀ ਇਹੀ ਮੈਡੀਸਨ ਨਾਲ ਤੁਸੀਂ ਠੀਕ ਹੋ ਜਾਓਗੇ।
ਮੈਂ ਇਹੀ ਕਹਿਣਾ ਚਾਹੂੰਗਾ, ਕਦੀ ਪੇਸ਼ੈਂਟ ਨੂੰ ਗੁੰਮਰਾਹ ਨਾ ਕਰੋ, ਜਿਸ ਚੀਜ਼ ਦੀ ਲੋੜ ਆ ਉਹਨੂੰ ਦੱਸੋ। ਜੇ ਉਹਨੂੰ ਲੀਵਰ ਟ੍ਰਾਂਸਪਲਾਂਟ ਦੀ ਲੋੜ ਪੈ ਰਹੀ ਹੈ, ਉਹਦਾ ਲੀਵਰ ਬਹੁਤ ਜ਼ਿਆਦਾ ਖਰਾਬ ਹੋ ਚੁੱਕਾ ਆ, ਤੁਸੀਂ ਉਹਨੂੰ ਦੱਸੋ ਕਿ ਉਹ ਆਪਣਾ ਟ੍ਰੀਟਮੈਂਟ ਨੈਕਸਟ ਲੈਵਲ ਤੇ ਜਾ ਕੇ ਕਰਵਾ ਲਵੇ, ਤਾਂ ਕਿ ਉਹਦੀ ਜਿਹੜੀ ਜ਼ਿੰਦਗੀ ਆ, ਰੱਬ ਨੇ ਇੰਨੀ ਸੋਹਣੀ ਜ਼ਿੰਦਗੀ ਦਿੱਤੀ, ਉਹ ਆਪਣੀ ਜ਼ਿੰਦਗੀ ਹੈਪੀ ਅੱਗੇ ਹੋਰ ਕੱਟ ਸਕਦਾ। ਇੱਕ ਤੁਸੀਂ ਗੱਲ ਕੀਤੀ ਕਿ ਜੇ ਲਾਈਫ ਸਟਾਈਲ ਜਦੋਂ ਨਾਰਮਲ ਸਟੇਜ ਹੁੰਦੀ ਹੈ, ਸਟੇਜ 1 ਹੁੰਦੀ ਹੈ, ਤਾਂ ਲਾਈਫ ਸਟਾਈਲ ਬਦਲਣ ਦੇ ਨਾਲ ਵੀ ਰਿਕਵਰੀ ਹੋ ਜਾਂਦੀ ਹੈ। ਕਿ ਯੰਗਸਟਰਸ ਦੇ ਵਿੱਚ ਔਰ ਥੋੜਾ ਜਿਹਾ ਏਜਡ ਪਰਸਨ ਜਾਂ ਮਿਡ ਏਜ ਦੇ ਵਿੱਚ ਜਾਂ ਉਸ ਤੋਂ ਉੱਪਰ ਨੇ, ਕੀ ਇਸ ਦੀ ਰਿਕਵਰੀ ਦੀ ਕੋਈ ਸਪੀਡ ਦੇ ਵਿੱਚ ਵੀ ਫਰਕ ਆਉਂਦਾ? ਜਿਹੜੇ ਯੰਗਸਟਰ ਹੈਗੇ ਆ, ਉਹ ਸਿਰਫ ਆਪਣੀ ਹੈਬਿਟ ਚੇਂਜ ਕਰ ਲੈਣ, ਰਾਤ ਨੂੰ ਮੈਦੇ ਦੀਆਂ ਬਣੀਆਂ ਚੀਜ਼ਾਂ ਬੰਦ ਕਰ ਦੇਣ, ਉਹਨਾਂ ਦਾ ਆਪਣੇ ਆਪ ਲੀਵਰ ਠੀਕ ਹੋ ਜਾਏਗਾ। ਵਿਦ ਇਨ ਵੀਕ ਰਿਕਵਰੀ ਹੋਣ ਲੱਗ ਪੈਂਦੀ ਆ। ਅੱਛਾ, ਮਤਲਬ ਫਾਸਟ ਹੁੰਦੀ ਹੈ ਥੋੜੀ? ਬਿਲਕੁਲ ਫਾਸਟ ਹੁੰਦੀ ਆ। ਜਿਹੜੇ ਬਜ਼ੁਰਗ ਆ ਉਹਨਾਂ ਦੇ ਵਿੱਚ ਰਿਕਵਰੀ ਥੋੜੀ ਸਲੋ ਹੁੰਦੀ ਆ, ਬਟ ਹੁੰਦੀ ਜ਼ਰੂਰ ਆ। ਜਿਹੜੇ ਯੰਗਸਟਰ ਹੈਗੇ ਆ, ਤੁਸੀਂ ਦੇਖੋ ਉਹ ਰਾਤ ਨੂੰ ਕੀ ਕਰਦੇ ਆ, ਮੈਦੇ ਦੀਆਂ ਬਣੀਆਂ ਚੀਜ਼ਾਂ ਖਾਂਦੇ ਆ। ਘਰ ਬੈਠੇ ਆ, ਸਟੱਡੀ ਕਰ ਰਹੇ ਬੱਚੇ, ਭੁੱਖ ਲੱਗ ਗਈ ਰਾਤ ਨੂੰ 10 ਵਜੇ 11 ਵਜੇ ਮੈਗੀ ਖਾ ਲੈਂਦੇ ਆ। ਉਹ ਕੁਇਟ ਕਰਨ, ਉਹ ਚੀਜ਼ਾਂ ਦੀ ਬਜਾਏ ਉਹ ਕੀ ਕਰਨ, ਦਲੀਆ ਖਾਣ। ਮੈਗੀ ਦੀ ਬਜਾਏ ਦਲੀਆ ਖਾਣ। ਇੱਕ ਤਾਂ ਬੋਡੀ ਨੂੰ એનર્ਜੀ ਮਿਲੇਗੀ, ਠੀਕ ਆ, ਇੱਕ ਉਹਦਾ ਕੋਈ ਸਾਈਡ ਇਫੈਕਟਸ ਨਹੀਂ ਹੋਊਗਾ। ਓਟਸ ਬਣਾ ਕੇ ਖਾ ਲੈਣ, ਕੋਈ ਸਾਈਡ ਇਫੈਕਟਸ ਨਹੀਂ ਹੋਊਗਾ, ਠੀਕ ਆ। ਜੇ ਹੁਣ ਤੁਸੀਂ ਮੈਦੇ ਦੀਆਂ ਬਣੀਆਂ ਚੀਜ਼ਾਂ ਲਾਓਗੇ, ਜਿਹੜੀਆਂ ਮੈਦੇ ਦੀਆਂ ਬਣੀਆਂ ਚੀਜ਼ਾਂ ਅੰਦਰ ਜਾ ਕੇ ਜੰਮ ਜੂਗੀਆਂ, ਉਹ ਜਲਦੀ ਡਾਈਜੈਸ਼ਨ ਨਹੀਂ ਹੋਊਗੀ। ਉੱਪਰੋਂ ਰਾਤ ਦਾ ਟਾਈਮ ਜਦੋਂ ਡਾਈਜੈਸ਼ਨ ਸਲੋ ਹੋ ਜਾਂਦੀ ਥੋੜੀ ਜੀ, ਠੀਕ ਆ ਜੀ। ਇਹ ਚੀਜ਼ਾਂ ਨੂੰ ਸਾਰਾ ਦੇਖਿਆ ਜਾਂਦਾ। ਹੁਣ ਕੀ ਆ, ਜਿਹੜਾ ਕਫ ਦੁਸ਼ਟੀ ਆਯੁਰਵੇਦ ਦੇ ਹਿਸਾਬ ਨਾਲ ਕੀ ਹੁੰਦਾ ਆ, ਦੋਸ਼ ਆ, ਵਾਤ ਪਿੱਤ ਕਫ। ਹੁਣ ਵਾਤ ਵਧਿਆ ਹੋਇਆ ਆ, ਕਫ ਵਧਿਆ ਹੋਇਆ ਆ, ਇਹ ਜਾ ਕੇ ਕੀ ਕਰਦਾ, ਲੀਵਰ ਦੇ ਵਿੱਚ ਡਿਪੋਜ਼ਿਟ ਹੋ ਜਾਂਦਾ, ਮੇਦ ਧਾਤੂ ਦੀ ਦੁਸ਼ਟੀ ਕਰ ਦਿੰਦਾ। ਅੱਛਾ, ਮੇਦ ਧਾਤੂ ਦੀ ਦੁਸ਼ਟੀ ਕਰਨ ਤੋਂ ਬਾਅਦ ਫੈਟੀ ਲੀਵਰ ਦੀ ਪ੍ਰੋਬਲਮ ਆ ਜਾਂਦੀ। ਓਕੇ, ਆਯੁਰਵੇਦ ਦੇ ਹਿਸਾਬ ਦੇ ਨਾਲ। ਹੁਣ ਰਾਤ ਨੂੰ ਕੀ ਆ, ਪਹਿਲੀ ਵਾਤ ਦੁਸ਼ਟੀ ਹੁੰਦੀ ਆ, ਉੱਤੋਂ ਤੁਸੀਂ ਲੇਟ ਜਾਗਦੇ ਹੋ, ਲੇਟ ਸੌਂਦੇ ਹੋ, ਠੀਕ ਆ। ਜਦੋਂ ਲੇਟ ਸੌਂਦੇ ਹੋ ਤੇ ਵਾਤ ਦੁਸ਼ਟੀ ਹੋਣ ਕਰਕੇ, ਕਫ ਦੁਸ਼ਟੀ ਹੋਣ ਕਰਕੇ ਪ੍ਰੋਬਲਮ ਹੋਰ ਜ਼ਿਆਦਾ ਵੱਧਦੀ ਹੈ। ਅੱਛਾ, ਉੱਪਰੋਂ ਤੁਸੀਂ ਜਿਹੜੀ ਡਾਈਜੈਸ਼ਨ ਕਰ ਰਹੇ ਹੋ, ਖਾਣ ਪੀਣ ਰੱਖ ਰਹੇ ਹੋ, ਉਹ ਮੈਦੇ ਦੀਆਂ ਬਣੀਆਂ ਚੀਜ਼ਾਂ ਖਾ ਰਹੇ ਹੋ, ਫਰਾਈਡ ਖਾ ਰਹੇ ਹੋ, ਠੀਕ ਆ, ਡਰਿੰਕ ਦਾ ਸੇਵਨ ਕਰ ਰਹੇ ਹੋ, ਉਸ ਤੋਂ ਇਲਾਵਾ ਮੈਦੇ ਦੀਆਂ ਬਣੀਆਂ ਚੀਜ਼ਾਂ ਖਾ ਰਹੇ ਹੋ, ਹੋਰ ਜਿਹੜੀਆਂ ਜਲਦੀ ਪਚੂਗੀਆਂ ਨਹੀਂ, ਹੋਰ ਹੌਲੀ ਹੌਲੀ ਕੀ ਆ, ਲੀਵਰ ਤੁਹਾਡਾ ਪ੍ਰੋਬਲਮ ਜ਼ਿਆਦਾ ਹੋਗੀ, ਲੀਵਰ ਖਰਾਬ ਹੋਏਗਾ, ਹੈਪੇਟਾਈਟਿਸ ਹੋਏਗੀ, ਸਿਰੋਸਿਸ ਆਫ ਲੀਵਰ ਹੋਏਗਾ, ਐਂਡਲੀ ਸਟੇਜ ਤੇ ਲੀਵਰ ਕੈਂਸਰ ਦੀ ਪ੍ਰੋਬਲਮ ਆਏਗੀ ਜੀ। ਸੋ ਮੇਰੇ ਖਿਆਲ ਨਾਲ ਦਰਸ਼ਕਾਂ ਨੂੰ ਬੜੀ ਡਿਟੇਲ ਦੇ ਵਿੱਚ ਡਾਕਟਰ ਸਾਹਿਬ ਨੇ ਹਰ ਇੱਕ ਗੱਲ ਦੱਸੀ ਹੈ। ਸੋ ਧਿਆਨ ਰੱਖਣਾ ਤੁਹਾਡਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ, ਔਰ ਜੇਕਰ ਪ੍ਰੋਬਲਮ ਜ਼ਿਆਦਾ ਹੈ ਤਾਂ ਤੁਸੀਂ ਵਰਮਾ ਆਯੁਰਵੇਦ ਦਵਾਖਾਨਾ ਦੇ ਨਾਲ ਤੁਸੀਂ ਸੰਪਰਕ ਵੀ ਕਰ ਸਕਦੇ ਹੋ। ਡਾਕਟਰ ਲਲਿਤ ਵਰਮਾ ਸਾਡੇ ਨਾਲ ਸੀਗੇ, ਇਹਨਾਂ ਨੇ ਪੂਰਾ ਡਿਟੇਲ ਦੇ ਵਿੱਚ ਦੱਸਿਆ ਤੇ ਇਹਨਾਂ ਦਾ ਨੰਬਰ ਉਹਨਾਂ ਦੇ ਨਾਮ ਦੇ ਬਿਲਕੁਲ ਨੀਚੇ ਫਲੈਸ਼ ਵੀ ਹੋ ਰਿਹਾ ਸੀ। ਇਸ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਟੈਕਨੋਲੋਜੀ ਨੇ ਬੜੀ ਸਪੋਰਟ ਕਰਤੀ ਤੇ ਹੁਣ ਤਾਂ ਜੇ ਤੁਸੀਂ ਬਾਹਰ ਬੈਠੇ ਹੋ, WhatsApp ਕਾਲ ਕਰ ਸਕਦੇ ਹੋ, WhatsApp ਦੇ ਉੱਤੇ ਮੈਸੇਜ ਕਰਕੇ ਪੁੱਛ ਸਕਦੇ ਹੋ, ਆਪਣੀ ਰਿਪੋਰਟਸ ਸ਼ੇਅਰ ਕਰ ਸਕਦੇ ਹੋ। ਦੇਰ ਆਰ ਮੈਨੀ ਵੇਜ਼ ਕਿ ਤੁਸੀਂ ਆਪਣਾ ਡਿਲੇ ਨਾ ਕਰੋ, ਟ੍ਰੀਟਮੈਂਟ ਟਾਈਮਲੀ ਜਿਹੜਾ ਸ਼ੁਰੂ ਕਰੋ। ਸੋ ਡਾਕਟਰ ਸਾਹਿਬ, ਕੋਈ ਅਖੀਰ 'ਚ ਚੀਜ਼ ਗੱਲ ਕਹਿਣਾ ਚਾਹੋ ਦਰਸ਼ਕਾਂ ਨੂੰ ਜੋ ਮੈਂ ਤੁਹਾਡੇ ਤੋਂ ਨਾ ਪੁੱਛੀ ਹੋਵੇ ਤੇ ਤੁਸੀਂ ਸਾਂਝੀ ਕਰਨਾ ਚਾਹੋ ਤਾਂ ਕੀ ਹੋਈ? ਮੈਂ ਇਹੀ ਦੱਸਣਾ ਚਾਹੂੰਗਾ ਕਿ ਜੋ ਵੀ ਤੁਸੀਂ ਖਾਂਦੇ ਹੋ, ਤੁਹਾਨੂੰ ਪਤਾ ਤੁਹਾਡੇ ਲਈ ਚੰਗਾ ਕੀ ਹੈ, ਤੁਹਾਨੂੰ ਪਤਾ ਤੁਹਾਡੇ ਲਈ ਮਾੜਾ ਕੀ ਹੈ। ਇਹ ਤੁਹਾਡਾ ਇੱਕ ਰਿਸ਼ਤਾ ਕਈਆਂ ਨਾਲ ਜੁੜਿਆ ਹੋਇਆ। ਕੱਲ ਜੇ ਤੁਸੀਂ ਬਿਮਾਰ ਹੋਵੋਗੇ, ਤੁਸੀਂ ਦੁੱਖ ਆਪ ਭੋਗਣਾ, ਕਿਸੇ ਨੇ ਨਹੀਂ ਭੋਗਣਾ ਜੀ। ਉਹਦੇ ਲਈ ਚੰਗਾ ਖਾਓ, ਚੰਗਾ ਜੀਓ, ਠੀਕ ਆ। ਆਯੁਰਵੇਦ ਬਹੁਤ ਮਹਾਨ ਆ, ਤੁਹਾਡੇ ਲਈ ਹਮੇਸ਼ਾ ਹੈਲਪਫੁਲ ਆ, ਇਸ ਲਈ ਜੋ ਖਾਓਗੇ ਤੁਹਾਡੀ ਬੋਡੀ ਲਈ ਹੈਲਪਫੁਲ ਆ। ਵਧੀਆ ਖਾਓ, ਵਧੀਆ ਜੀਓ, ਜੁਗ ਜੁਗ ਜੀਓ ਜੀ, ਜੁਗ ਜੁਗ ਜੀਓ, ਹੈ ਨਾ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਲਈ, ਔਰ ਇਸ ਦੇ ਨਾਲ ਨਾਲ ਹਮਦਰਦ ਟੀਵੀ ਵੀ ਦੇਖਦੇ ਰਹੋ। ਅਸੀਂ ਤੁਹਾਨੂੰ ਅਗਲੇ ਐਪੀਸੋਡ ਦੇ ਵਿੱਚ ਮਿਲਾਂਗੇ। ਆਪਣੀ ਸਿਹਤ ਦਾ ਧਿਆਨ ਰੱਖੋ ਤੇ ਆਪਣਿਆਂ ਦਾ ਧਿਆਨ ਰੱਖੋ। ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।